प्रश्न 34वां, यह आरोप सत्य है अथवा मिथ्या है। सो ਆਪਾਂ ਪਿੱਛੇ ਪੜ੍ਹਿਆ ਸੀ, ਇੱਕੋ ਪ੍ਰਸ਼ਨ ਚੱਲਦਾ ਆਇਆ ਕਿ ਬ੍ਰਹਮ ਸ਼ੁੱਧ ਵਿੱਚ ਪ੍ਰਪੰਚ ਦਾ ਰੂਪ ਕਿਸ ਤਰ੍ਹਾਂ ਹੋਇਆ। ਉਹਦੀ ਜਿਹੜੀ ਵਿਚਾਰ ਆਪਾਂ ਕਰ ਰਹੇ ਹਾਂ, ਉਹ ਕਾਰਨ ਕੀ ਆ ਵੀ ਜਿਹੜੀ ਅਨਾਦਿ ਕਲਪਿਤ ਪ੍ਰਕਿਰਤੀ ਆ, ਭਾਵ ਜੀ ਦਾ ਕੋਈ ਅਤਾ ਪਤਾ ਨਹੀਂ ਕਿਦੋਂ ਸ਼ੁਰੂਆਤ ਹੋਈ ਤੇ ਕਲਪੀ ਹੋਈ ਆ, ਜੋ ਸੱਤ ਨਹੀਂ ਹੈ, ਮਿਥਿਆ ਹੈ। ਉਹ ਕਲਪਿਤ ਪ੍ਰਕਿਰਤੀ ਸ਼ੁੱਧ ਬ੍ਰਹਮ ਵਿੱਚ ਮੰਨੀ ਗਈ, ਜਿਸ ਦੀ ਵਜ੍ਹਾ ਕਰਕੇ ਇਹ ਸਾਰਾ ਹੀ ਝੰਜਟਪੁਣਾ, ਪ੍ਰਪੰਚ, ਪੰਜ ਤੱਤਾਂ ਦਾ ਵਿਸਥਾਰ, ਜੜ ਚੇਤਨ ਜੀਵ ਨਜ਼ਰੀ ਆ ਰਹੇ ਆ। ਸੋ ਵੀ ਜੀਵ ਦੀ ਉਤਪਤੀ, ਈਸ਼ਵਰ ਦੀ ਉਤਪਤੀ ਇਹ ਕਿਵੇਂ ਹੋਈ, ਅਵਿਦਿਆ ਕਿਹਨੂੰ ਕਹਿੰਦੇ ਆ, ਮਾਇਆ ਕਿਹਨੂੰ ਕਹਿੰਦੇ ਆ, ਤਮਾ ਪ੍ਰਧਾਨ ਪ੍ਰਕਿਰਤੀ ਕਿਹਨੂੰ ਕਹਿੰਦੇ ਆ, ਇਹ ਸਾਰਾ ਆਪਾਂ ਪੜ੍ਹ ਵਿਚਾਰ ਲਿਆ ਆ। ਤੇ ਬਾਕੀ ਹੈ ਦੋਨੋਂ ਹੀ ਕਲਪਿਤ, ਭਾਵ ਕਲਪੀ ਹੋਈ ਚੀਜ਼ ਦੇ ਪੈਦਾ ਹੋਏ, ਦੱਸੇ ਹੋਏ, ਕਹੇ ਹੋਏ ਵੀ ਕਲਪਿਤ ਹੀ ਹੁੰਦੇ ਆ। ਠੀਕ ਹੈ ਨਾ। ਤੇ ਮਿਥਿਆ ਕਈ ਵਾਰ ਦੱਸ ਚੁੱਕੇ ਆ ਵੀ ਮਿਥਿਆ ਕਿਹਨੂੰ ਕਹਿੰਦੇ ਆ, ਵੀ ਜੋ ਹੋਵੇ ਨਾ, ਕਲਪਿਤ ਵੀ ਉਹਨੂੰ ਕਹਿੰਦੇ ਤੇ ਮਿਥਿਆ ਵੀ ਉਹਨੂੰ ਕਹਿੰਦੇ ਜੋ ਹੋਵੇ ਨਾ ਪ੍ਰਤੀਤ ਹੋਵੇ। ਇਹਦੇ ਪ੍ਰਮਾਣ ਅਨੇਕ ਵਿਧਾਨ ਦੇ ਗ੍ਰੰਥਾਂ ਵਿੱਚ ਆਉਂਦੇ। ਸੋ ਵੀ ਸ਼ੁੱਧ ਬ੍ਰਹਮ 'ਚ ਪ੍ਰਪੰਚ ਦਾ ਰੂਪ ਕਿਸ ਤਰ੍ਹਾਂ ਹੋਇਆ, ਕਿਸ ਤਰ੍ਹਾਂ ਇਹ ਪ੍ਰਪੰਚ ਕਲਪਿਆ ਹੋਇਆ। ਆਰੋਪ ਕਹੀਏ ਕਿਵੇਂ ਬ੍ਰਹਮ ਵਿੱਚ, ਵੀ ਇਹ ਸ਼ੁੱਧ ਬ੍ਰਹਮ ਵਿੱਚ ਇਹ ਦੋਸ਼ਣ ਕੀਤਾ ਹੋਇਆ ਹੈ ਅਗਿਆਨ ਕਰਕੇ, ਕਿ ਤੁਸੀਂ ਕਹਿੰਦੇ ਹੋ ਸਧਾਰਨ ਗੱਲ ਹੈ ਵੀ ਵਿਦਾਂਤ ਸ਼ਾਸਤਰ ਕਹਿੰਦਾ ਬ੍ਰਹਮ ਤੋਂ ਬਿਨਾਂ ਹੋਰ ਕੁਝ ਨਹੀਂ ਹੈ, ਪਰ ਬਹੁਤ ਕੁਝ ਹੈ। ਤੇ ਰਾਕਸੀ ਲੱਖ ਜੂਨਾ ਇਹ ਸਭ ਕੁਝ ਹੈ ਹੀ ਹੈ ਨਾ। ਮਤਲਬ ਜਿੰਨਾ ਚਿਰ ਗਿਆਨ ਦੀ ਦ੍ਰਿਸ਼ਟੀ ਨਹੀਂ ਹੈ, ਉਹਨਾਂ ਚਿਰ ਇਹ ਸਭ ਕੁਝ ਹੈ ਵੀ। ਜਦੋਂ ਗਿਆਨ ਹੋ ਜਾਂਦਾ ਫਿਰ ਇਹ ਕੁਝ ਨਹੀਂ ਹੁੰਦਾ ਹੈ। ਤੇ ਐਸੇ ਪ੍ਰਮਾਣ ਕਈ ਆਪਾਂ ਨੂੰ ਦਿੰਦੇ। ਇਸ ਤਰ੍ਹਾਂ ਸਭ ਤੋਂ ਪਹਿਲਾਂ ਕਿ ਜੋ ਅਨਾਦਿ ਕਲਪਿਤ ਪ੍ਰਕਿਰਤੀ ਆ, ਉਹ ਕਿਵੇਂ ਸਮਾ ਜਾਂਦੀ ਇਹਦੇ ਵਿੱਚ ਜਾ ਕੇ ਬ੍ਰਹਮ ਵਿੱਚ। ਭਾਵ ਲੈ ਚਿੰਤਨ ਜਦੋਂ ਹੁੰਦਾ ਹੈ, ਇਹ ਜਿਹੜੀ ਸ੍ਰਿਸ਼ਟੀ ਆ, ਇਹ ਜੀਵ ਆ ਆਪਣੇ ਕਰਮਾਂ ਸਹਿਤ ਆਪੋ ਆਪਣੀ ਅਵਿਦਿਆ ਵਿੱਚ ਜਿਹੜੇ ਕਰਮ ਆ ਚੰਗੇ ਮਾੜੇ, ਉਹ ਅਵਿਦਿਆ ਵਿੱਚ ਲੀਨ ਹੋ ਜਾਂਦੇ ਆ। ਸਾਰੀਆਂ ਅਵਿਦਿਆਵਾਂ ਜਿਹੜੀ ਨਾਨਾ ਪ੍ਰਕਾਰ ਦੀਆਂ, ਨਾਨਾ ਜੀਵਾਂ ਦੀਆਂ, ਉਹ ਵਿਆਪਕ ਮਾਇਆ ਵਿੱਚ ਲੀਨ ਹੋ ਜਾਂਦੇ ਆ। ਮਾਇਆ ਜਾ ਕੇ ਬ੍ਰਹਮ ਵਿੱਚ ਲੀਨ ਹੋ ਜਾਂਦੀ। ਉੱਥੇ ਸਿਰਫ ਰਹਿ ਜਾਂਦਾ ਹੈ ਇਕੱਲਾ ਸੁਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਬ੍ਰਹਮ ਹੀ। ਠੀਕ ਹੈ ਨਾ। ਜੋ ਸਤ ਚੇਤਨ ਅਨੰਤ ਸਰੂਪ ਹੈ। ਤੇ ਜਦੋਂ ਉਹਦੇ ਵਿੱਚ ਇਹ ਮਾਇਆ ਲੀਨ ਹੋ ਜਾਂਦੀ ਹੈ, ਉੱਥੇ ਕੋਈ ਮਾਇਆ ਦਾ ਵੱਖਰਾ ਨਾਮ ਪ੍ਰਸਿੱਧ ਨਹੀਂ ਹੁੰਦਾ, ਭਾਵ ਇਕੱਲਾ ਬ੍ਰਹਮ ਹੀ ਬ੍ਰਹਮ ਰਹਿ ਜਾਂਦਾ ਹੈ। ਫਿਰ ਉਸ ਭਾਵ ਸ੍ਰਿਸ਼ਟੀ ਦਾ ਲੈ ਚਿੰਤਨ ਦੱਸ ਕੇ ਤੇ ਫਿਰ ਵੀ ਉਸ ਬ੍ਰਹਮ ਨੂੰ ਸ੍ਰਿਸ਼ਟੀ ਦਾ ਆਰੰਭ ਕਰਨ ਦੀ ਜਿਹੜੀ ਇੱਛਾ ਹੋਈ ਹੈ, ਉਹ ਵੀ ਇੱਛਾ ਕੋਈ ਬ੍ਰਹਮ ਨੂੰ ਆਪ ਨਹੀਂ ਹੋਈ ਹੈ। ਤੇ ਉਸੇ ਨੂੰ ਕਹਿੰਦੇ ਅਗਿਆਨ, ਜੋ ਅਗਿਆਨ ਇਹ ਅਨਾਦਿ ਹੈ। ਠੀਕ ਹੈ ਨਾ। ਤੇ ਇਹ ਸ੍ਰਿਸ਼ਟੀ ਜਿਹੜੀ ਕਹਿੰਦੇ ਆਰੰਭ ਹੋਈ ਹੈ ਨਾ, ਅਸਲ ਵਿੱਚ ਉਹ ਬ੍ਰਹਮ ਵਿੱਚ ਜਿਹੜੀ ਇੱਛਾ ਹੋਈ ਹੈ, ਉਹਦੇ ਵਿੱਚ ਬ੍ਰਹਮ ਦਾ ਕੋਈ ਦੋਸ਼ ਨਹੀਂ ਹੈ। ਕਿਉਂਕਿ ਉਹਨਾਂ ਨੇ ਦੱਸਿਆ ਵਾ ਕਿ ਜੀਵਨ ਕੇ ਪਰਪੱਕ ਭਏ ਕਰਮ ਰੂਪ ਨਿਮਿਤ ਸੇ। ਜੀਵਾਂ ਦੇ ਜਿਹੜੇ ਫਲ ਦੇ ਨਾਲ ਕਰਮ ਹੈ ਨਾ, ਇਹ ਭਾਵ ਜੇ ਕੋਈ ਆਖੇ ਕਿ ਬ੍ਰਹਮ ਨੇ ਹੀ ਇਹ ਪੈਦਾ ਕੀਤਾ ਸਭ ਕੁਝ, ਜਾਂ ਦੋਸ਼ ਲਾਵੇ, ਕਹਿੰਦੇ ਉਹ ਕਾਰਨ ਨਹੀਂ ਹੈ। ਅਸਲ ਵਿੱਚ ਜੀਵਾਂ ਦੇ ਆਪਣੇ ਕੀਤੇ ਕਰਮ ਤੇ ਉਹੀ ਜੀਵਾਂ ਨੂੰ ਦੁਬਾਰਾ ਲੈ ਕੇ ਆਏ। ਅਸੀਂ ਜੋ ਲੋਕ ਵੀ ਆਏ ਨਾ, ਅਸੀਂ ਆਪਣੇ ਕਰਮਾਂ ਨੂੰ ਲੈ ਕੇ ਆਏ ਹਾਂ। ਆਪਣੇ ਕਰਮਾਂ ਨੂੰ ਲੈ ਕੇ ਆਏ ਹਾਂ। ਸਾਡੇ ਕਰਮ ਹੀ ਸਾਨੂੰ ਪੈਦਾ ਕਰ ਰਹੇ
क्योंकि जीवन के परिपाक पे जो फल देने वाले कर्म है ना, ਉਹਦੇ ਕਾਰਨ ਕਰਕੇ ਹੀ ਇਹ ਇੱਛਾ ਹੋਈ। ਭਾਵ ਇਹ ਕਰਮਾਂ ਨੂੰ ਹੀ ਹਲਚਲ ਹੋਈ ਹੈ ਵੀ ਹੁਣ ਅਸੀਂ ਜਿੱਦਾਂ ਕਿ ਇਹਨੂੰ ਦਬਾਈਏ, ਰੱਖ ਛੱਡੀਏ, ਤੇ ਉਹ ਇੱਕਦਮ ਉਛਲਦਾ ਕੁੱਦਦਾ ਨਾ ਵੀ ਹੁਣ ਮੈਨੂੰ ਛੱਡ ਦਿਓ। ਇਸੇ ਤਰ੍ਹਾਂ ਕਰਮ ਹੈ ਨਾ ਜਿਹੜੇ, ਜਦੋਂ ਫਲ ਰੂਪ ਹੋਏ ਤਾਂ ਸਮਝ ਲਓ ਦੱਬੇ ਹੋਏ ਆ, ਉਹਨਾਂ ਨੂੰ ਹਲਕਾ ਹੋਇਆ ਵੀ ਹੁਣ ਬਸ ਅਸੀਂ ਦਾ ਪ੍ਰਗਟ ਹੋ ਜਾਈਏ। ਉਹ ਕਰਮ ਹੀ ਜਿਹੜੇ ਹੈ, ਕਰਮਾਂ ਦਾ ਪ੍ਰਪੱਕ ਹੋਣਾ ਹੀ ਬ੍ਰਹਮ ਨੂੰ ਇੱਛਾ ਹੋਈ ਹੈ, ਇੱਕ ਖੇਡ ਤਮਾਸ਼ਾ ਦੇਖਣ ਦੀ। ਤੇ ਉਸ ਇੱਛਾ ਵੀ ਮੈਂ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਫਿਰ ਮਾਇਆ ਵਿੱਚ ਸ਼ੋਭ ਹੋਇਆ। ਉਹ ਭਾਵ ਕਰਮਾਂ ਨੇ ਇਹੋ ਜਿਹੀ ਹਲਚਲ ਕੀਤੀ ਵੀ ਮਾਇਆ ਨੂੰ ਕੜਬੜਾਹਟ ਹੋਈ। ਮਾਇਆ ਨੂੰ ਹੀ ਹੋਈ, ਬ੍ਰਹਮ ਨੂੰ ਨਹੀਂ ਕੁਝ ਵੀ ਹੋਇਆ। ਆਧਾਰ ਨੂੰ ਕੁਝ ਨਹੀਂ ਹੁੰਦਾ, ਕੰਧ ਨੂੰ ਕੁਝ ਨਹੀਂ ਹੁੰਦਾ, ਸ਼ੀਸ਼ੇ ਹਿਲਦੇ ਹੁੰਦੇ, ਠੀਕ ਹੈ ਨਾ। ਫਿਰ ਉਹ 'ਤੇ ਜਦੋਂ ਹੜਬੜਾਹਟ, ਮਾਇਆ 'ਚ ਘਬਰਾਹਟ ਇੱਕਦਮ ਹੀ ਹੋਈ ਹੈ, ਖੜਬਲੀ ਜੀ ਮੱਚੀ ਹੈ। ਅਤੇ ਫਿਰ ਉਸਨੇ ਪੰਜ ਤੱਤ ਦੀ ਰਚਨਾ ਕੀਤੀ, ਬ੍ਰਹਮ ਦਾ ਸੰਬੰਧ ਪਾ ਕੇ। ਅਤੇ ਉਹਨਾਂ ਦਾ ਕਹਿੰਦੇ ਫਿਰ ਪੰਜੀਕਰਨ ਨਹੀਂ ਹੋਇਆ ਸੀ, ਭਾਵ ਡਿਵਾਈਡ ਨਹੀਂ ਸੀ ਹੋਏ, ਆਪੋ ਵਿੱਚ ਮਿਲੇ ਘੁਲੇ ਨਹੀਂ ਸੀ। ਜੋ ਮਿਲ ਘੁਲ ਜਾਂਦੇ, ਜਦੋਂ ਪੰਜ ਤੱਤ ਆਪੋ ਵਿੱਚ ਉਹ 25 ਰੂਪਾਂ 'ਚ ਹੋ ਜਾਂਦੇ ਆ, ਉਹਨੂੰ ਪੰਜੀਕਰਨ ਕਿਹਾ ਜਾਂਦਾ ਹੈ। ਅਤੇ ਉਸ ਜਿਹਨਾਂ ਦਾ ਡਿਵਾਈਡ ਬਣਾ ਨਹੀਂ ਸੀ ਹੋਇਆ, ਉਹਨਾਂ ਤੋਂ ਸਮਸ਼ਟੀ ਅਤੇ ਵਿਅਸ਼ਟੀ ਰੂਪ ਸੂਖਸ਼ਮ ਸ੍ਰਿਸ਼ਟੀ ਹੋਈ। ਸਮਝੇ ਆਪ? ਸਮਸ਼ਟੀ ਜਦੋਂ ਆਪਾਂ ਸ੍ਰਿਸ਼ਟੀ ਕਹਿੰਦੇ ਹਾਂ, ਠੀਕ ਹੈ ਜੀ, ਉਦੋਂ ਤੇ ਈਸ਼ਵਰ ਦੀ ਸੂਖਮ ਸ੍ਰਿਸ਼ਟੀ ਹੋ ਗਈ। ਜਦੋਂ ਵਿਅਸ਼ਟੀ ਰੂਪ ਕਹਿੰਦੇ ਤਾਂ ਜੀਵ ਦੀ ਇਹ ਸ੍ਰਿਸ਼ਟੀ ਹੋ ਗਈ। ਜਦੋਂ ਈਸ਼ਵਰ ਦੀ ਇੱਛਾ ਹੋਈ, ईश्वर की इच्छा से, भाव जी सारे जीवों की इच्छा ना, क्योंकि सारे साढ़े जो शरीर है वो ईश्वर का एक शरीर है, जी सारे जीवों की इच्छा, भाव जोड़े सारे जीवों के कर्म अपने तैयार होए बैठे सी ना अपना फल देने लई, वो मतलब सारे जीवन के कर्मां दे करके जी अंदर इच्छा पैदा हुई, वही ईश्वर की इच्छा है। मतलब वो भी ईश्वर का संबंध नहीं रह गया, वो भी कर्मां का ही कर्म है। और कर्मां करके जीवां दे कर्म ही जिहड़े परिपक्क होने लई उतावले हो गए, जिस करके वो सारे दी इच्छा नूं ईश्वर की इच्छा कहा जाता है। फिर वो पंज भूतां दा पंजीकरण होया, जिस करके समष्टि व्यष्टि रूप स्थूल सृष्टि पई। जिन्नी सृष्टि तुसीं सारी वेख रहे हैं स्थूल रूप दे विच, समष्टि रूप विच ईश्वर की, ਤੇ ਵਿਅਸ਼ਟੀ ਕਹੀਏ ਇਕੱਲਾ ਇਕੱਲੇ ਜੀਵ ਦੀ, ਜਿਵੇਂ ਸਾਡਾ ਮੇਰਾ ਸਰੀਰ ਹੈ, ਆਪ ਦਾ ਸਰੀਰ ਹੈ। ਇਹ ਵਿਅਸ਼ਟੀ ਰੂਪ ਵਿੱਚ ਫਿਰ ਸਥੂਲ ਸ੍ਰਿਸ਼ਟੀ ਪੈਦਾ ਹੋਈ। ਅਤੇ ਕਹਿੰਦੇ ਆ ਵੀ ਜਿਹੜੀ ਸਮਸ਼ਟੀ ਸਥੂਲ ਸੂਖਮ ਕਾਰਨ ਪ੍ਰਪੰਚ ਦਾ ਅਭਿਮਾਨੀ ਜੀਵ ਦੀ ਦ੍ਰਿਸ਼ਟੀ ਨਾਲ ਕੌਣ ਹੈ? ਈਸ਼ਵਰ। ਆਏ ਸਮਝ? ਪ੍ਰਪੰਚ ਕੀ ਹੁੰਦਾ? ਹਾਂ, ਅੱਜ ਜਿਵੇਂ ਆ ਕਹਿੰਦੇ ਆ ਮੇਰਾ ਘਰ, ਮੇਰਾ ਸਰੀਰ, ਮੇਰੀ ਗੱਡੀ, ਮੇਰੀ ਵਾਈਫ, ਮੇਰਾ ਪਿਓ, ਮੇਰੀ ਮਾਂ, मेरी जमीन, मेरा जायदाद, ये सारा जे एक ही है जोड़ा कला कला आप करते ना, ये मेरा, आ मेरा, ये मेरा, वो मेरा, ये व्यष्टि रूप कले कले जीव का प्रपंच है। तो जो सारे जीवों का प्रपंच है उस समष्टि रूप ईश्वर का प्रपंच है, क्योंकि उसने सारा पैदा किया। असी थोड़ा जिहा कोई चीज़ बनाई तो कहना ना भी मेरी है, तो मेरा प्रपंच हो गया। उसने जो सारा बनाया ਉਹ ਈਸ਼ਵਰ ਦਾ ਪ੍ਰਪੰਚ ਹੋਵੇ। ਪਰ ਉਹ ਅਭਿਮਾਨ ਈਸ਼ਵਰ ਜਿਹੜਾ ਵਾ ਉਹ ਕਹਿੰਦਾ ਨਹੀਂ ਕਿ ਇਹ ਮੇਰਾ ਹੈ, ਕਿਉਂਕਿ ਉਸਨੂੰ ਗਿਆਨ ਹੈ। ਗਿਆਨ ਵਿੱਚ ਕਦੀ ਵੀ ਮੈਂ ਮੇਰਾ ਨਹੀਂ ਹੁੰਦਾ। ਇਸ ਕਰਕੇ ਉਹ ਅਭਿਮਾਨੀ ਆਪ ਨਹੀਂ ਬਣੀ ਬੈਠਾ। ਇੱਥੇ ਲਿਖਿਆ ਉਹਨਾਂ ਨੇ ਜੀਵ ਦੀ ਦ੍ਰਿਸ਼ਟੀ ਸੇ, ਜੀਵ ਦੀ ਦ੍ਰਿਸ਼ਟੀ ਨਾਲ ਈਸ਼ਵਰ ਦਾ ਪ੍ਰਪੰਚ ਸੂਖਮ ਸਥੂਲ ਕਾਰਨ ਜਿਹੜੇ ਦੇਹ ਹੈ ਇਸ ਸਮਸ਼ਟੀ ਰੂਪ ਵਿੱਚ ਈਸ਼ਵਰ ਇਹਨਾਂ ਦਾ ਅਭਿਮਾਨੀ ਹੈ। ਤਾਂ ਈਸ਼ਵਰ ਇਹ ਹੱਕ ਜਤਾਉਣ ਵਾਲਾ, ਜਿਵੇਂ ਅਸੀਂ ਕਹਿੰਦੇ ਹਾਂ ਮੇਰਾ ਆ ਸਰੀਰ ਹੈ, ਮੇਰਾ ਮਨ ਹੈ, ਮੇਰਾ ਹੀ, ਮੇਰੀ ਬੇਸਮਝੀ ਹੈ, ਇਹ ਸਭ ਜੋ ਹੈ ਇਹ ਮੇਰਾ ਪ੍ਰਪੰਚ ਹੈ ਨਾ। ਅਤੇ ਜਿੱਥੇ ਜਿੱਥੇ ਆਪਣਾ ਅਭਿਮਾਨ ਜਤਾਉਂਦਾ ਨਾ ਜਿਸ ਚੀਜ਼ 'ਤੇ, ਸੂਖਮ ਸ੍ਰਿਸ਼ਟੀ 'ਤੇ, ਸਥੂਲ ਸ੍ਰਿਸ਼ਟੀ 'ਤੇ, ਕਾਰਨ ਸ੍ਰਿਸ਼ਟੀ 'ਤੇ, ਹਾਂਜੀ,
ਤੇ ਇਹਨਾਂ ਦੇ ਜਿਹੜਾ ਆਪਣਾਤਮ ਗੁਣਾ ਜਣਾਉਂਦਾ ਹੈ, ਇਹ ਜੀਵ ਇਹਦਾ ਅਭਿਮਾਨੀ ਹੈ ਇਸ ਪ੍ਰਪੰਚ ਦਾ। ਸੋ ਕਹਿੰਦੇ ਇਹਨਾਂ ਸਾਰਿਆਂ ਵਿੱਚੋਂ ਜਿਹੜਾ ਈਸ਼ਵਰ ਸਰਭਾਗਿਆ ਤੇ ਨਿਤ ਮੁਕਤ ਹੈ। ਸਰਭਾਗ ਕਿਵੇਂ? ਕਿਉਂਕਿ ਉਹ ਸਭ ਕੁਝ ਬਣਾ ਕੇ ਵੀ ਉਸ ਵਿੱਚ ਪ੍ਰਵਿਰਤ ਨਹੀਂ ਹੈ, ਉਸ ਤੋਂ ਨਿਤ ਮੁਕਤ ਹੈ, ਬੰਧਨ ਵਿੱਚ ਨਹੀਂ। ਅਸੀਂ ਆਪ ਹੀ ਕੁਝ ਬਣਾ ਲਈਏ, ਉਸੇ ਬੰਧਨ 'ਚ ਪੈ ਜਾਂਦੇ ਹਾਂ। ਇਕੱਲਾ ਇਕੱਲਾ ਜੀਵ ਇੱਕ ਕਿੰਨੇ ਕਿੰਨੇ ਰਿਸ਼ਤੇ ਦੇ ਬੰਧਨਾਂ 'ਚ ਬੰਧਿਆ ਹੋਇਆ ਹੈ, ਕਿੰਨੇ ਕਿੰਨੇ ਧਰਮਾਂ 'ਚ ਬੰਧਿਆ ਹੋਇਆ ਹੈ, ਕਿੰਨੇ ਕਿੰਨੇ ਕਰਮਾਂ 'ਚ ਬੰਨਿਆ ਹੋਇਆ ਇੱਕ ਜੀਵ। ਇਸੇ ਕਰਕੇ ਜਿਹੜਾ ਬੰਝ ਜਾਵੇ ਉਹ ਅਗਿਆਨੀ ਹੁੰਦਾ, ਤਾਂ ਇਹਨੂੰ ਅਲਪ ਗਿਆਨੀ, ਅਲਪੱਗ ਗਿਆਨੀ, ਬਹੁਤ ਛੋਟੀ ਗਿਆਤ ਵਾਲਾ ਹੈ, ਬਹੁਤ ਬੁੱਧੀ ਸੂਖਸ਼ਮ ਹੈ, ਇਹਦੀ ਥੋੜ੍ਹੀ ਹੈ। ਇਸ ਕਰਕੇ ਬੱਧਿਆ ਹੋਇਆ, ਬੰਨਿਆ ਹੋਇਆ। ਈਸ਼ਵਰ ਸਰਬੱਗ ਸਾਰਾ ਕੁਝ ਬਣਾ ਸਵਾਰ ਕੇ ਵੀ ਉਸ ਵਿੱਚ ਪ੍ਰਵਿਰਤ ਨਹੀਂ ਆ, ਉਸ ਤੋਂ ਨਿਰਲੇਪ ਹੈ, ਨਿਤ ਮੁਕਤ ਹੈ, ਕਿਸੇ ਬੰਧਨ ਵਿੱਚ ਨਹੀਂ ਹੈ। ਆਪਣੇ ਆਪ ਦਾ ਵੀ ਗਿਆਨ ਹੈ, ਆਸੇ ਪਾਸੇ ਦਾ ਵੀ ਗਿਆਨ ਹੈ। ਸਾਡੀ ਜਿੰਨੇ ਵੀ ਅੰਦਰ ਇਛਾਵਾਂ ਖਿਆਲ ਹੁੰਦੇ ਆ ਨਾ, ਇਹਨਾਂ ਦੀ ਪੂਰੀ ਅੰਤਰਜਾਮ ਦਾ ਲੈਣ ਵਾਲਾ ਈਸ਼ਵਰ ਮੰਨਿਆ ਹੈ ਵਿਦਾਂਤ ਨੇ। ਇਸ ਕਰਕੇ ਉਹ ਸਰਬੱਗ ਹੈ। ਇਸ ਰੀਤੀ ਨਾਲ ਕਹਿੰਦੇ ਸ਼ੁੱਧ ਬ੍ਰਹਮ ਵਿਖੇ ਪ੍ਰਪੰਚ ਦਾ ਰੂਪ ਹੋਇਆ। ਵੀ ਕਿਵੇਂ? ਐਵੇਂ ਸ੍ਰਿਸ਼ਟੀ ਪੈਦਾ ਹੋਈ, ਐਵੇਂ ਸ੍ਰਿਸ਼ਟੀ ਜਿਹਦਾ ਲੈ ਚਿੰਤਨ ਹੁੰਦਾ ਐਵੇਂ ਪੈਦਾ ਹੁੰਦੀ, ਤੇ ਹੈ ਕੀ ਸਾਰੀ ਉਹ ਅਨਾਦਿ ਕਲਪਿਤ। ਐਵੇਂ ਬ੍ਰਹਮ ਵਿੱਚ ਉਹਦਾ ਜਿਹੜਾ ਹੈ ਪ੍ਰਪੰਚ ਦਾ ਜੋ ਪੰਜ ਤੱਤਾਂ ਦਾ ਵਿਸਥਾਰ ਹੈ ਨਾ, ਵੀ ਐਵੇਂ ਪੈਦਾ ਹੁੰਦਾ ਹੈ, ਇਵੇਂ ਨਿਵਰਤ ਹੋ ਜਾਂਦਾ ਹੈ, ਇਵੇਂ ਸ਼ਾਸਤਰਾਂ ਵਿੱਚ ਗ੍ਰੰਥਾਂ ਵਿੱਚ ਇਹ ਲਿਖਿਆ ਹੋਇਆ ਹੈ। ਤੇ ਇੱਕ ਸਾਰਾ ਕੀ ਇਸ ਪ੍ਰਕਿਰਤੀ ਕੀ ਹੈ? ਅਨਾਦਿ ਹੈ, ਕਲਪਿਤ ਹੈ, ਤੇ ਝੂਠੀ ਹੈ, ਮਿੱਥਿਆ ਹੈ। ਇਸ ਕਰਕੇ ਜੋ ਝੂਠੀ ਮਿੱਥਿਆ ਜੀ ਦਾ ਸਾਰਾ ਉਹਨਾਂ ਨਿਰਣੈ ਕਰ ਦਿੱਤਾ, ਤੇ ਉਸ ਨੂੰ ਜਿਹੜਾ ਵਿੱਚ ਕਲਪਿਆ ਹੋਇਆ ਹੈ ਇਹ ਵੀ ਮਿੱਥਿਆ ਹੀ ਹੈ ਨਾ, ਤੇ ਹੈ ਉਹ ਕੁਝ ਨਹੀਂ। ਇਸ ਤਾਂ ਕਹਿੰਦੇ ਵੀ ਇਸ ਰੀਤੀ ਨਾਲ ਜੋ ਦੱਸਿਆ ਕਿਵੇਂ ਸ੍ਰਿਸ਼ਟੀ ਦਾ ਲੈ ਚਿੰਤਨ ਹੁੰਦਾ, ਕਿਵੇਂ ਉਹ ਪੈਦਾ ਹੁੰਦੀ ਹੈ, ਉਹਦਾ ਕਾਰਨ ਕੀ ਹੈ। ਤੇ ਤਾਂ ਕਰਕੇ ਸ਼ੁੱਧ ਬ੍ਰਹਮ ਵਿੱਚ ਪ੍ਰਪੰਚ ਦਾ ਆਰੋਪ ਹੋਇਆ ਹੈ। ਇਸ ਤਰ੍ਹਾਂ ਨਾਲ ਹੈ, ਮਤਲਬ ਜਿਹੜਾ ਤਦਾਤਮਿਕ ਸੰਬੰਧ ਆ ਉਹ ਆਪ ਜੀ ਨੇ ਦੱਸਿਆ ਨਾ, ਵੀ ਜੁੜ ਕੇ ਵੀ ਨਾ ਜੁੜਨਾ, ਇਸ ਤਰ੍ਹਾਂ ਸੰਬੰਧ ਹੈ ਤਦਾਤਮਿਕ ਸੰਬੰਧ ਹੈ। ਭੇਦ ਸਹਿਤ ਵੀ ਇਹਦਾ ਅਭੇਦ ਸਹਿਤ ਵੀ ਹੈ। ਹਾਂਜੀ, ਉਹ ਸੰਬੰਧ ਤੇ ਅਭੇਦ ਸਹਿਤ ਤਾਂ ਆ ਕਿਉਂਕਿ ਜੁੜੇ ਹੋਏ ਆ, ਠੀਕ ਹੈ। ਤੇ ਭੇਦ ਸਹਿਤ ਤਾਂ ਵੀ ਉਹ ਵੱਖਰੇ ਵੱਖਰੇ ਵੀ ਆ। ਉਹਦਾ ਸਾਰਾ ਪਿੱਛੇ ਪ੍ਰਮਾਣ ਆਪਾਂ ਖੋਲ੍ਹਿਆ ਆ। ਰੱਸੀ ਸੱਪ ਨਹੀਂ ਹੋ ਜਾਂਦੀ, ਸੱਪ ਰੱਸੀ ਨਹੀਂ ਹੋ ਜਾਂਦੀ, ਪਰ ਉਹ ਰੱਸੀ ਕਰਕੇ ਸੱਪ ਦਾ ਭਰਮ ਹੋਇਆ, ਇਸ ਕਰਕੇ ਭੇਦਪੂਣਾ ਹੈ। ਜੇ ਤੁਸੀਂ ਆਖੋ ਰੱਸੀ ਸੱਪ ਨਹੀਂ ਹੋ, ਰੱਸੀ ਸੱਪ ਨਹੀਂ ਹੋ ਗਈ, ਸੱਪ ਰੱਸੀ ਨਹੀਂ ਹੋ ਗਿਆ, ਕਿਉਂਕਿ ਜੇ ਰੱਸੀ ਸੱਪ ਹੋ ਜੇ ਫਿਰ ਤਾਂ ਸੱਪ ਬਣ ਜੇ। ਇਸੇ ਤਰ੍ਹਾਂ ਮਾਇਆ ਬ੍ਰਹਮ ਨਹੀਂ ਹੋ ਜਾਂਦਾ, ਬ੍ਰਹਮ ਮਾਇਆ ਨਹੀਂ ਹੋ ਜਾਂਦੇ। ਇਸ ਕਰਕੇ ਜੋ ਵੱਖਰੇ ਵੱਖਰੇ ਰਹਿੰਦੇ ਭੇਦਪੂਣਾ ਹੈ। ਪਰ ਬ੍ਰਹਮ ਕਰਕੇ ਜੋ ਮਾਇਆ ਦੀ ਪ੍ਰਤੀਤੀ ਹੋਈ, ਰੱਸੀ ਕਰਕੇ ਜੋ ਸੱਪ ਦੀ ਪ੍ਰਤੀਤੀ ਹੋਈ, ਤੇ ਜੋ ਹੈ ਹੀ ਨਹੀਂ, ਤੇ ਉਹ ਜੋ ਹੈ ਹੀ ਨਹੀਂ ਆ, ਫਿਰ ਉਹ ਕਿੱਥੇ ਜਾ ਕੇ, ਜਦੋਂ ਦਾ ਗਿਆਨ ਹੁੰਦਾ ਕਿੱਥੇ ਜਾ ਕੇ ਉਹ ਮਿਟਦਾ ਹੈ? ਰੱਸੀ ਦੇ ਵਿੱਚ ਹੀ ਸੱਪ। ਤੇ ਜਿਹਦਾ ਜਦੋਂ ਗਿਆਨ ਹੁੰਦਾ, ਮਾਇਆ ਕਿੱਥੇ ਜਾ ਕੇ ਨਿਵਰਤ ਹੁੰਦੀ ਹੈ, ਕਿੱਥੇ ਜਾ ਕੇ ਮਿਲਦੀ ਹੈ, ਕਿੱਥੇ ਜਾ ਕੇ ਮਤਲਬ ਲੀਨ ਹੋ ਜਾਂਦੀ ਹੈ? ਬ੍ਰਹਮ ਵਿੱਚ। ਤਾਂ ਵਾਸਤਵ ਅਭੇਦ ਸੰਬੰਧ ਹੈ। ਤਾਂ ਕਰਕੇ ਇਹ ਜਿਹੜਾ ਜੋ ਕੁਝ ਵੀ ਹੈ ਸ਼ੁੱਧ ਬ੍ਰਹਮ ਵਿੱਚ ਪ੍ਰਪੰਚ ਦਾ ਰੂਪ ਇੱਕ ਹੋਇਆ ਮੰਨਿਆ ਜਾਂਦਾ, ਤੇ ਹੈ ਸਭ ਕਲਪਨਾ ਮਾਤਰ, ਕਲਪਿਆ ਹੋਇਆ। ਬਿਲਕੁਲ ਉਹਦਾ ਅੱਗੇ ਖੋਲ੍ਹਣ ਲੱਗੀ ਹੈ। ਪ੍ਰਸ਼ਨ 34 ਅੱਜ ਆਪਾਂ ਪੜ੍ਹਾਂਗੇ। ਯਹ ਰੂਪ ਸਤ ਹੈ ਵਾ ਮਿਥਿਆ ਹੈ। ਉੱਤਰ ਕਹਿੰਦੇ ਯਹ ਰੂਪ ਜੀਵਰੀ ਵਿਸ਼ੇ ਸਰਬ ਕੀ ਨਿਆਈ ਔਰ ਸਾक्षी विषय स्वपन की न्यायी और दर्पण विषय नगर के प्रतिबिंब की न्यायी मिथ्या है। ਕਹਿੰਦੇ ਜਿਹੜਾ ਇਹ ਰੂਪ ਕਿਸ ਤਰ੍ਹਾਂ ਵਾ, ਸੱਚ ਆ ਕਿ ਮਿਥਿਆ? ਕਹਿੰਦੇ ਮਿਥਿਆ ਹੈ। ਮਤਲਬ ਮਿਥਿਆ ਕੀ ਹੈ? ਵੀ ਜੋ ਨਜ਼ਰੀ ਤਿਆਰ ਆ, ਜਿਸ ਦਾ ਬਾਦ ਹੋ ਜਾਂਦਾ ਹੈ, ਜਿਵੇਂ ਉਹਦਾ ਪ੍ਰਮਾਣ ਦਿੱਤਾ ਜੀਵਰੀ ਵਿਖੇ ਸਰਬ ਕੀ ਨਹੀਂ,
ਜਿਵੇਂ ਰੱਸੀ ਵਿੱਚ ਸੱਪ ਦਿਖਦਾ, ਉਹ ਕੀ ਹੈ? ਭਰਮ ਦਾ ਸੱਪ ਹੈ, ਪਰ ਹੈ ਨਹੀਂ। ਜਦੋਂ ਰੱਸੀ ਦਾ ਗਿਆਨ ਹੋਇਆ, ਉਹ ਸੱਪ ਦਾ ਬਾਧ ਹੋ ਜਾਂਦਾ ਹੈ। ਕਿਹਦੇ ਵਿੱਚ? ਰੱਸੀ ਵਿੱਚ। ਠੀਕ ਹੈ, ਮਤਲਬ ਸੱਪ ਦੀ ਨਿਵਰਤੀ ਹੋ ਜਾਂਦੀ ਕਿੱਥੇ? ਰੱਸੀ ਦੇ ਵਿੱਚ। ਭਰਮ ਦਾ ਸੱਪ ਹੁੰਦਾ ਹੈ, ਨਜ਼ਰੀ ਵੀ ਆਉਂਦਾ ਹੈ ਅਗਿਆਨ ਕਰਕੇ, ਪਰ ਜਦੋਂ ਦਾ ਗਿਆਨ ਹੋ ਜਾਂਦਾ ਹੈ, ਉਹ ਸੱਪ ਦਾ ਬਾਧ ਹੋ ਜਾਂਦਾ ਹੈ। ਅਤੇ ਬ੍ਰਹਮ ਦਾ ਬਾਧ ਨਹੀਂ ਹੁੰਦਾ, ਮਾਇਆ ਦਾ ਬਾਧ ਹੋ ਜਾਂਦਾ ਹੈ। ਗਿਆਨ ਹੋਣ 'ਤੇ ਮਾਇਆ ਦਾ ਬਾਧ ਹੋ ਕੇ ਉਹ ਮਾਇਆ ਕਿੱਥੇ ਨਿਵਰਤ ਹੋ ਜਾਂਦੀ ਹੈ? ਬ੍ਰਹਮ ਦੇ ਵਿੱਚ। ਪਰ ਬ੍ਰਹਮ ਦਾ ਬਾਧ ਤੁਸੀਂ ਕਿਸ ਨਾਲ ਕਰੋਗੇ? ਬ੍ਰਹਮ ਦਾ ਗਿਆਨ ਹੋਣ 'ਤੇ ਤੁਸੀਂ ਕਿੱਥੇ ਬ੍ਰਹਮ ਨੂੰ ਲੀਨ ਕਰੋਗੇ? ਕਿਤੇ ਵੀ ਨਹੀਂ। ਬ੍ਰਹਮ 'ਚ ਹੀ ਲੀਨ ਹੈ। ਇਸ ਕਰਕੇ ਇਹ ਜ਼ਹਿਰ ਰੂਪ, ਜਿਵੇਂ ਰੱਸੀ ਵਿੱਚ ਸੱਪ ਕਲਪਿਆ ਹੋਇਆ, ਝੂਠਾ ਹੀ, ਉਹ ਸੱਪ ਕਿਸੇ ਕੰਮ ਦਾ ਨਹੀਂ ਹੈ, ਮਤਲਬ ਹੈ ਨਹੀਂ ਹੈ, ਭਰਮ ਕਰਕੇ ਉਸ ਨਿਆਈ ਕੀ ਉਸ ਵਾਂਗ। ਔਰ ਸਾਕਸ਼ੀ ਵਿਖੇ ਸਵਪਨ ਕੀ ਨਹੀਂ। ਸਾਕਸ਼ੀ ਜੋ ਆਤਮਾ ਹੁੰਦਾ ਹੈ ਨਾ, ਅਤੇ ਉੱਥੇ ਸਾਕਸ਼ ਜਦੋਂ ਸਵਪਨ ਅਵਸਥਾ ਆਉਂਦੀ, ਸਾਨੂੰ ਸੁਪਨੇ ਆਉਂਦੇ ਹੈ। ਸੁਪਨੇ ਕਿੰਨੇ ਆਉਂਦੇ ਹੈ? ਅਤੇ ਉਹ ਸੁਪਨੇ ਵਿੱਚ ਜੋ ਕੁਝ ਵੀ ਦੇਖਦੇ ਹਾਂ, ਉਹ ਸਭ ਕੀ ਹੈ ਸਾਡੇ ਵਾਸਤੇ? ਜੋ ਅਸੀਂ ਵੇਖਦੇ ਹਾਂ ਕਿ ਉਹ ਕੁਝ ਸੱਚ ਹੁੰਦਾ ਹੈ? ਬਿਲਕੁਲ ਝੂਠ ਹੁੰਦਾ ਹੈ। ਜਿਵੇਂ ਸੁਪਨਾ ਸਾਕਸ਼ੀ ਵਿੱਚ ਪ੍ਰਤੀਤ ਹੁੰਦਾ ਕਿ ਮੈਂ ਆਹ ਵੇਖਿਆ, ਇਹ ਵੇਖਿਆ, ਉਹ ਵੇਖਿਆ, ਪਰ ਸੁਪਨਾ ਕੀ? ਕਲਪਿਤ ਮਾਤਰ ਹੁੰਦਾ ਹੈ, ਮਿੱਥਿਆ ਹੁੰਦਾ, ਝੂਠਾ ਹੁੰਦਾ। ਸੁਪਨੇ ਦੇ ਪਦਾਰਥ ਕਿਸੇ ਕੰਮ ਦੇ ਨਹੀਂ ਹੁੰਦੇ, ਸਭ ਉਹ ਜਾਗਦਿਆਂ ਸਭ ਨਿਵਰਤ ਹੋ ਜਾਂਦੇ ਹੈ। ਇਸੇ ਤਰ੍ਹਾਂ ਸਵਪਨ ਸਾਕਸ਼ੀ ਵਿਖੇ ਸਵਪਨ ਕੀ ਨਿਆਈ ਔ ਦਰਪਣ ਵਿਸ਼ੇ ਨਗਰ ਕੇ ਪ੍ਰਤੀਬਿੰਬ ਕੀ ਨਿਆਈ ਮਿਥਿਆ ਹੈ। ਜਿਵੇਂ ਸੁਪਨੇ ਦੇ ਪਦਾਰਥ, ਜਿਵੇਂ ਸੁਪਨਾ ਝੂਠਾ ਹੁੰਦਾ ਹੈ ਨਾ, ਇਸੇ ਤਰ੍ਹਾਂ ਸ਼ੁੱਧ ਬ੍ਰਹਮ ਵਿਸ਼ੇ ਪ੍ਰਪੰਚ ਦਾ ਰੂਪ ਵੀ ਝੂਠਾ ਮਿਥਿਆ ਹੈ। ਅਤੇ ਦਰਪਣ ਵਿਸ਼ੇ, ਜਿਵੇਂ ਸ਼ੀਸ਼ਾ, ਤੁਸੀਂ ਬਹੁਤ ਉੱਚੇ ਸਥਾਨ 'ਤੇ ਕੋਈ ਪਹਾੜ 'ਤੇ ਚੜ੍ਹ ਜਾਓ ਜਾਂ ਕਿ ਉੱਚੇ ਥਾਂ 'ਤੇ ਚੜ੍ਹ ਜਾਓ ਨਗਰ ਵਿੱਚੋਂ, ਉੱਥੋਂ ਤੁਸੀਂ ਸ਼ੀਸ਼ੇ ਵਿੱਚ ਫਿਰ ਉਹ ਵੇਖੋ, ਸਾਰਾ ਤੁਹਾਨੂੰ ਨਗਰ ਪਿੰਡ ਨਜ਼ਰੀ ਆਊਗਾ, ਰਸਤੇ ਲੋਕ ਆਉਂਦੇ ਜਾਂਦੇ, ਗੱਡੀਆਂ ਕਾਰਾਂ ਸਭ ਨਜ਼ਰੀ ਆਉਣਗੇ। ਪਰ ਬਾਰ-ਬਾਰ ਦੇ ਨਗਰ ਚਲੋ ਸੱਚਮੁੱਚ ਹੈ ਹੀ, ਪਰ ਜਿਹੜਾ ਸ਼ੀਸ਼ੇ ਵਿੱਚ ਹੈ ਨਗਰ, ਉਹ ਤਾਂ ਮਿੱਥਿਆ ਹੀ ਹੈ ਨਾ, ਝੂਠਾ ਹੀ ਹੈ ਨਾ, ਉਹ ਸਭ ਝੂਠਾ ਹੀ ਹੈ। ਕਿਉਂਕਿ ਜੇ ਉਹ ਨਗਰ ਸੱਚ ਹੋਵੇ, ਸ਼ੀਸ਼ੇ ਵਿੱਚ ਤੁਸੀਂ ਬੰਦਾ ਵੇਖੋ, ਫਿਰ ਸ਼ੀਸ਼ੇ ਨੂੰ ਮਾਰੋ ਅਤੇ ਉਹ ਬੰਦੇ ਨੂੰ ਥੋੜ੍ਹੀ ਬਾਹਰ ਸੱਟ ਲੱਗੂਗੀ, ਹੈ ਨਾ। ਉਹ ਕੀ ਹੈ? ਬਾਹਰ ਜੋ ਬਿੰਬ ਹੈ ਉਹ ਤਾਂ ਸਤ ਰੂਪ ਹੈ, ਪਰ ਜੋ ਪ੍ਰਤੀਬਿੰਬ ਉਹ ਮਿਥਿਆ ਰੂਪ ਹੈ। ਤਾਂ ਕਰਕੇ ਕਹਿੰਦੇ ਦਰਪਣ ਵਿਸ਼ਾ ਹੈ ਨਗਰ, ਜਿਵੇਂ ਸ਼ੀਸ਼ੇ ਵਿੱਚ ਨਗਰ ਵੇਖੋ ਅਤੇ ਨਗਰ ਦਾ ਪ੍ਰਤੀਬਿੰਬ ਉਹ ਸਭ ਕੀ ਹੈ? ਉਸ ਦੇ ਵਾਂਗ ਮਿਥਿਆ ਹੀ ਹੈ। ਇੱਥੇ ਇੱਕ ਸ਼ਬਦ ਜਿਹੜਾ ਨਵਾਂ ਹੀ ਆਇਆ, ਸਾਕਸ਼ੀ। ਸਾਕਸ਼ੀ, ਦ੍ਰਿਸ਼ਟਾ, ਆਤਮਾ, ਜਿਹਨੂੰ ਚੇਤਨ ਆਤਮਾ ਕਹਿੰਦੇ ਨੇ, ਇਹ ਸਭ ਇੱਕੋ ਹੀ ਆ, ਨਾਂ ਵੱਖੋ ਵੱਖਰੇ ਥੋੜ੍ਹੇ ਥੋੜ੍ਹੇ ਭੇਦ ਕਰਕੇ ਹੈ। ਸਾਕਸ਼ੀ ਵਿੱਚ ਸਵਪਨ ਕੀ ਨਹੀਂ ਆਈ। ਜਿਵੇਂ ਸਾਕਸ਼ੀ ਵਿੱਚ ਸੁਪਨਾ ਕਲਪ ਲੈਂਦੇ, ਕਿਉਂਕਿ ਉੱਥੇ ਸਾਕਸ਼ੀ ਕੀ ਆ? ਸੁਪਨੇ ਵਿੱਚ ਸਾਨੂੰ ਜਾਗਰਤ ਅਵਸਥਾ ਸਾਡੀ ਨਹੀਂ ਹੁੰਦੀ, ਤਿੰਨ ਅਵਸਥਾ ਨਾ, ਜਾਗਰਤ, ਸੁਪਨ ਅਤੇ ਸੁਸ਼ੁਪਤੀ। ਅਤੇ ਪਰ ਸੁਪਨੇ ਦੇ ਵਿੱਚ ਜੋ ਪ੍ਰਕਾਸ਼ ਕਰ ਰਿਹਾ, ਖਾਲੀ ਪ੍ਰਕਾਸ਼ ਕਰ ਰਿਹਾ, ਅਤੇ ਉੱਥੇ ਵੀ ਸਾਕਸ਼ੀ ਰੂਪ ਕੀ ਹੈ? ਕੂਟਸ ਦੀ ਨਹੀਂ, ਪਹਾੜ ਦੀ ਨਹੀਂ, ਅਚਲ, ਉਹਨੂੰ ਕੋਈ ਫਰਕ ਨਹੀਂ ਪੈ ਰਿਹਾ ਹੁੰਦਾ, ਉਹ ਖਾਲੀ ਪ੍ਰਕਾਸ਼ ਕਰ ਰਿਹਾ ਹੈ। ਅਤੇ ਉੱਥੇ ਵੀ ਅਸੀਂ ਅਗਿਆਨੀ ਹੋਣ ਕਰਕੇ ਜੀਵ ਭਾਵ ਨਾਲ ਜਿਹੜੀ ਸੁਪਨ ਦੀ ਸ੍ਰਿਸ਼ਟੀ ਵੇਖਦੇ ਹਾਂ, ਅਤੇ ਸੁਪਨਾ ਜੇ ਮਾੜਾ ਤਾਂ ਦੁੱਖ, ਕਈ ਵਾਰ ਚੀਕਾਂ ਵੀ ਨਿਕਲ ਜਾਂਦੀਆਂ, ਅਤੇ ਜੇ ਸੁਪਨਾ ਚੰਗਾ ਤਾਂ ਰਾਜੇ ਮਹਾਰਾਜੇ ਅਤੇ ਅੰਦਰ ਅੰਦਰ ਪ੍ਰਸੰਨ ਹੋ ਰਹੇ ਹਨ। ਉਹਦੀ ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ ਨਾ ਸੁਪਨ ਅਵਸਥਾ ਵਿੱਚ, ਉਸ ਨੂੰ ਜਾਣਨ ਵਾਲਾ, ਉਹ ਸੁਪਨ ਅਵਸਥਾ ਨੂੰ ਪ੍ਰਕਾਸ਼ਣ ਵਾਲਾ ਕੀ? ਸਾਕਸ਼ੀ। ਉੱਥੇ ਉਹ ਸਾਕਸ਼ੀ ਪ੍ਰਕਾਸ਼ਣ ਵਾਲਾ ਹੈ, ਸੁਪਨੇ ਨੂੰ ਜਾਣਨ ਵਾਲਾ ਹੈ, ਅਤੇ ਦ੍ਰਿਸ਼ਟਾ ਰੂਪ ਹੈ, ਸਭ ਕੁਝ ਦੇਖਦਾ ਹੈ। ਪਰ ਸਾਡੀ ਅਲਪਗਤਾ ਕਰਕੇ ਅਸੀਂ ਉੱਥੇ ਵੀ ਜਿਹੜੀ ਸੂਖਮ ਸ੍ਰਿਸ਼ਟੀ ਰਚ ਕੇ ਅਤੇ ਦੁੱਖ ਸੁੱਖ ਵੇਖਦੇ ਹਾਂ। ਅਤੇ ਉਹ ਸਾਕਸ਼ੀ ਵਿੱਚ ਅਤੇ ਸੁਪਨਾ ਦੇ ਹੁੰਦਾ ਨਹੀਂ ਹੈ,
ਉਹ ਸੁਪਨਾ ਕੀ ਹੈ? ਜੀਵ ਪੁਣੇ ਵਿੱਚ ਮਨ ਦੇ ਖਿਆਲਾਂ ਕਰਕੇ ਬਣਦਾ ਹੈ। ਠੀਕ ਹੈ ਨਾ। ਉੱਥੇ ਹਿਤਾਨਾਮੇ ਨਾੜੀ ਦੇ ਵਿੱਚੋਂ ਇਹ ਸਾਰੀ ਸਥੂਲ ਸ੍ਰਿਸ਼ਟੀ ਦੇਖੀ ਹੁੰਦੀ ਹੈ, ਜਾਂ ਕੇਵਲ ਸੁਪਨਾ ਉਹ ਅੱਜ ਜਿਹੜਾ ਨਹੀਂ ਵੇਖਿਆ ਜਾਂਦਾ, ਅਤੇ ਉਹ ਸੂਖਮ ਰੂਪ ਵਿੱਚ ਹੋ ਕੇ ਛੁਪ ਜਾਂਦੀ ਹੈ। ਜਿਸ ਕਰਕੇ ਜਿਵੇਂ ਮਨ ਨਿਕਲਦਾ ਹੈ ਨਾ ਬਾਹਰ ਸਥੂਲ ਸ੍ਰਿਸ਼ਟੀ ਨੂੰ ਵੇਖਣ ਲਈ 5 ਗਿਆਨ ਇੰਦਰੀਆਂ ਰਾਹੀਂ, ਇਸੇ ਤਰ੍ਹਾਂ ਮਨ ਉੱਥੇ ਸੁਪਨੇ ਹਿਤੇਨਾਮੇ ਨਾੜੀ 'ਚ ਬੈਠ ਕੇ, ਜੋ ਬਹੁਤ ਬਰੀਕ ਮੰਨੀ ਹੋਈ ਆ ਹਿਤੇਨਾਮਾ ਨਾੜੀ, ਅਤੇ ਉੱਥੇ ਉਹ ਸ੍ਰਿਸ਼ਟੀ ਰਚਦਾ ਹੈ ਮਨ ਬਸ। ਅਤੇ ਸਾਕਸ਼ੀ ਦਾ ਕੰਮ ਕੀ ਹੈ? ਜੋ ਮਨ ਨੂੰ ਪ੍ਰਕਾਸ਼ ਰਿਹਾ ਹੈ, ਜੋ ਮਨ ਬੁੱਧ ਚੇਤ ਅਹੰਕਾਰ ਇੰਦਰਾਂ ਕਰਮ ਇੰਦਰ ਗਿਆਨ ਇੰਦਰੇ ਸਾਰੇ ਸਰੀਰ ਨੂੰ ਪ੍ਰਕਾਸ਼ ਰਿਹਾ, ਉਹ ਹੈ ਸਾਕਸ਼ੀ। ਅਤੇ ਸਾਕਸ਼ੀ ਵਿਸ਼ੇ ਸਵਾਪਨ ਕੀ ਹੈ? ਜਿਵੇਂ ਸਾਕਸ਼ੀ ਵਿੱਚ ਸੁਪਨਾ ਨਹੀਂ ਹੈ ਪਰ ਕਲਪਿਆ ਜਾਂਦਾ ਹੈ, ਇਸ ਤਰ੍ਹਾਂ ਬ੍ਰਹਮ ਸ਼ੁੱਧ ਵਿੱਚ ਪ੍ਰਪੰਚ ਨਹੀਂ ਕਲਪਿਆ ਜਾਂਦਾ, ਇਹ ਅਰੂਪ ਹੈ। ਅਤੇ ਦਰਪਣ ਵਿੱਚ ਜਿਵੇਂ ਨਗਰ ਦਾ ਪ੍ਰਤੀਬਿੰਬ ਮਿਥਿਆ ਹੈ, ਜਿਵੇਂ ਸਾਕਸ਼ੀ ਵਿੱਚ ਸੁਪਨਾ ਮਿਥਿਆ ਹੈ, ਕਲਪ ਲੈਨੇ ਪਰ ਹੈ ਮਿਥਿਆ। ਜਿਵੇਂ ਰੱਸੀ ਵਿੱਚ ਸੱਪ ਮਿਥਿਆ ਹੈ, ਕਲਪ ਲੈਨੇ ਹੈ ਨਹੀਂ। ਇਸ ਪ੍ਰਕਾਰ ਸ਼ੁੱਧ ਬ੍ਰਹਮ ਵਿਸ਼ੇ ਪ੍ਰਪੰਚ ਦਾ ਆਰੋਪ ਵੀ ਕਲਪਿਆ ਹੋਇਆ ਹੈ, ਮਿਥਿਆ ਹੈ, ਸੱਤ ਨਹੀਂ ਹੈ, ਪ੍ਰਤੀਤ ਹੋ ਰਿਹਾ ਹੈ ਨਹੀਂ ਹੈ। ਪ੍ਰਸ਼ਨ 35ਵਾਂ, यह रूप किससे होवे है? उत्तर, यह रूप अज्ञान से होवे है। ਗਿਆਨ ਨਾਲ ਮਿਟਦਾ ਇਹ ਆਰੋਪ ਤੇ ਅਗਿਆਨ ਨਾਲ ਹੁੰਦਾ ਹੈ। ਅਗਿਆਨ ਨਾਲ ਕੀ ਹੈ? ਅਗਿਆਨ ਨਾਲ ਹੀ ਹੈ ਨਾ ਆਪਣਾ ਚਾਂਦੀ ਵਿੱਚ ਸਿੱਪੀ ਵਿੱਚ ਚਾਂਦੀ, ਅਗਿਆਨ ਕਰਕੇ ਰੱਸੀ ਵਿੱਚ ਸੱਪ, ਜਿੱਥੇ ਸਾਨੂੰ ਪਤਾ ਨਾ ਲੱਗੇ ਉਹ ਅਗਿਆਨ ਹੁੰਦਾ ਵਾ, ਉਹ ਅਵਿਦਿਆ ਹੁੰਦੀ ਹੈ। ਮਨ ਦਾ ਅੰਧਕਾਰ ਆ, ਉੱਥੇ ਰੋਸ਼ਨੀ ਨਹੀਂ ਹੈਗੀ। ਠੀਕ ਹੈ। ਰੱਸੀ ਟੇਢੀ ਮੇਢੀ ਪਈ ਹੈ, ਉਸ ਰੱਸੀ ਦਾ ਗਿਆਨ ਨਹੀਂ ਹੈ, ਅਗਿਆਨ ਹੈ, ਤਾਂ ਸਭ ਬਣ ਗਿਆ। ਇਸੇ ਤਰ੍ਹਾਂ ਇਹ ਆਰੋਪ ਬ੍ਰਹਮ ਸ਼ੁੱਧ ਵਿੱਚ ਵੀ ਪ੍ਰਪੰਚ ਹੈ ਕਿਉਂ ਨਹੀਂ ਹੈ, ਤੇ ਹੈ ਦਿਸਦੇ ਰਿਹਾ। ਬੜਾ ਝੰਜਟ ਆ ਵੀ ਦਿਸਦੇ ਰਿਹਾ ਹੈ, ਤੁਸੀਂ ਕਹਿੰਦੇ ਹੈ ਨਹੀਂ, ਫਿਰ ਦਿਖਾਈ ਕਿਉਂ ਦੇ ਰਿਹਾ? ਆਹ ਦੁੱਖ ਸੁੱਖ, ਇੰਨੇ ਲੋਕ, ਇੰਨਾ ਕੁਝ, ਇਹ ਕੁਝ ਕੀ ਹੈ? ਇਹ ਹੈ ਤੇ ਹੈ ਤੇ ਫੇਰ ਹੀ ਹੈ ਨਾ। ਤੁਸੀਂ ਕਿਵੇਂ ਕਹਿ ਸਕਦੇ ਹੋ? ਇਹ ਪਰ ਅਗਿਆਨ ਕਰਕੇ, ਕਿਉਂਕਿ ਜਿਨ੍ਹਾਂ ਨੂੰ ਗਿਆਨ ਹੋਇਆ ਸਤਿਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਆ, ਅਤੇ ਉੱਥੇ ਸਿੱਧਾ ਹੀ ਭਗਤਾਂ ਨੇ ਕਿਹਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰ ਤੁਧ ਬਿਨ ਦੂਜਾ ਨਾਹੀਂ ਕੋਈ, ਤੂੰ ਕਰਤਾਰ ਕਰੇ ਸੋ ਹੋਏ। ਜਲ ਥਲ ਮਹਿਲ ਪੂਰੇ ਸੁਆਮੀ ਸਿਰਜਣਹਾਰ, ਸਭ ਘਟ ਮੈਂ ਹਰਜੂ ਬਸੇ ਹੈਂ, ਘਟ ਘਟ ਮੈਂ ਹਰਜੂ ਬਸੇ, ਸੰਤਨ ਕਹਿਓ ਬੁਕਾਰ। ਇਹ ਤਾਂ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜਾਣਦੇ ਆ, ਜਾਂ ਤਤ ਬੇਤੇ ਜਾਣਦੇ। ਹਾਂਜੀ, ਬਾਕੀ ਨਹੀਂ ਨਾ, ਅਗਿਆਨ ਕਰਕੇ ਹੀ ਇਹ ਆਰੋਪ ਹੁੰਦਾ ਹੈ। ਪ੍ਰਸ਼ਨ 36ਵਾਂ, यह आरोप कब का और काहे को हुआ होवेगा, यह विचार कैसे होवे। ਹੁਣ ਪ੍ਰਸ਼ਨ ਕਰਦੇ ਆ, यह आरोप ਕਦੋਂ ਦਾ? ਠੀਕ ਹੈ ਜੀ, ਕਦੋਂ ਦਾ, ਫਿਰ ਕਾਹੇ ਕੋ, ਕਿਉਂ, ਕਿਸ ਕਰਕੇ ਹੋ ਗਿਆ ਹੋਊਗਾ, ਇਹ ਵਿਚਾਰ ਕਿਸ ਤਰ੍ਹਾਂ ਹੋਵੇ। ਹੁਣ ਉਹਦਾ ਉੱਤਰ ਬੜਾ ਸੋਹਣੇ ਢੰਗ ਨਾਲ ਦੱਸਦੇ ਆ, ਕਿਉਂਕਿ ਇਹ ਆਪਾਂ ਵੀ ਕਹਿ ਸਕਦੇ ਹਾਂ, ਸਾਡਾ ਵੀ ਪ੍ਰਸ਼ਨ ਵੀ ਖੜਾ ਹੋਣਾ ਹੀ ਹੋਣਾ, ਆਟੋਮੈਟਿਕਲੀ ਪ੍ਰਸ਼ਨ ਇਹ ਅੰਦਰੋਂ ਨਿਕਲਣਾ ਹੀ ਨਿਕਲਣਾ ਵੀ ਇਹ ਆਰੋਪ ਕਦੋਂ ਦਾ ਹੋ ਗਿਆ ਅਤੇ ਕਿਸ ਕਰਕੇ ਹੋ ਗਿਆ, ਕਾਰਨ ਕੀ ਹੈ, ਇਹਨੂੰ ਜਾਣਨਾ ਕਿਉਂ ਹੈ, ਕੀ ਇਹ ਲਫੜਾ ਹੈ, ਕੀ ਇਹ ਕਰਨ ਦੇ, ਕੀ ਅਸੀਂ ਇਸ ਚੱਕਰ ਵਿੱਚ ਪਏ ਹਾਂ। ਕਹਿੰਦੇ ਆ ਵੀ ਉੱਤਰ ਸੁਣੋ, ਜੈਸੇ ਕੋਈ ਪੁਰਸ਼ ਕੇ ਵਸਤਰ ਉੱਪਰ तेल का दागा लग्या हुआ है, तिसको जान के ताको मिटावने का उपाय किया चाहिए, और यह दाग कब का काहे को लग्या होवेगा, इस विचार का कछु प्रयोजन नहीं है। ठीक है जी। ਹੁਣ ਜਿਸ ਤਰ੍ਹਾਂ ਅਸੀਂ ਜਾਂ ਤੁਸੀਂ ਵੀ ਕਿਸੇ ਘਰੋਂ ਨਿਕਲ ਜਾਂਦੇ ਹਾਂ, ਚਿੱਟੇ ਰੰਗ ਦੀ ਵਸਤਰ ਪਾਏ ਅਤੇ ਤੁਰੇ ਫਿਰ ਰਹੇ,
ਕਦੀ ਕਿਤੇ ਚਲ ਗਏ, ਕਦੀ ਬੱਸੇ ਬੈਠ ਗਏ, ਕਦੀ ਗੱਡੀ 'ਚ ਬੈਠ ਗਏ, ਕਦੀ ਮੋਟਰਸਾਈਕਲ 'ਤੇ ਬੈਠ ਗਏ, ਕਦੀ ਕਿਤੇ ਚਲ ਗਏ, ਅਤੇ ਜਾਂਦਿਆਂ ਜਾਂਦਿਆਂ ਸਾਡੇ ਵਸਤਰਾਂ ਦੇ ਕੱਪੜੇ ਦੇ ਚਿੱਟੇ ਵਸਤਰ ਦੇ ਦਾਗ ਲੱਗ ਜਾਵੇ। ਹਾਂਜੀ, ਅਤੇ ਉਹ ਜਦੋਂ ਘਰ ਆਏ ਆ ਦਾਗ ਵੇਖਿਆ, ਅਤੇ ਹੁਣ ਆਪਾਂ ਉਹਨੂੰ ਕੀ ਕਰਾਂਗੇ? ਉਹਨੂੰ ਮਿਟਾਉਣਾ ਚਾਹਾਂਗੇ ਨਾ, ਮਿਟਾਉਣਾ ਹੀ ਯੋਗ ਹੈ ਨਾ ਵੀ ਇਹ ਉਹੋ ਜਿਹੇ ਦਾਗ ਲੱਗ ਗਿਆ। ਅਤੇ ਉਹ ਦਾਗ ਨੂੰ ਆਪਾਂ ਇਹ ਨਹੀਂ ਸੋਚਾਂਗੇ ਵੀ ਦਾਗ ਇਹ ਕਦੋਂ ਦਾ ਲੱਗਾ ਅਤੇ ਕਿਸ ਕਰਕੇ ਲੱਗ ਗਿਆ ਅਤੇ ਕਿਉਂ ਲੱਗ ਗਿਆ। ਆਪਾਂ ਇਹ ਤਾਂ ਨਹੀਂ ਵੇਖਾਂਗੇ ਨਾ, ਆਪਾਂ ਤਾਂ ਵੇਖਾਂਗੇ ਬਸ ਦਾਗ ਲੱਗ ਗਿਆ, ਅਤੇ ਉਸ ਦਾਗ ਨੂੰ ਮਿਟਾਉਣ ਦਾ ਸਾਡਾ ਪ੍ਰਯੋਜਨ ਹੋਊਗਾ ਵੀ ਹੁਣ ਪੈਟਰੋਲ ਨਾਲ, ਡੀਜ਼ਲ ਨਾਲ, ਮਿੱਟੀ ਦੇ ਤੇਲ ਨਾਲ ਇਹ ਮੈਲ ਨਿਕਲੂਗੀ, ਜਾਂ ਕੋਈ ਚੰਗਾ ਏਸਡ ਲੈ ਕੇ, ਜਾਂ ਕੋਈ ਚੰਗੀ ਸਰਫ, ਕੋਈ ਸਾਬਣ ਨਾਲ ਧੋਈ ਜਿਸ ਕਰਕੇ ਦਾਗ ਮਿਟ ਜਾਵੇ। ਹਾਂਜੀ, ਕਹਿੰਦੇ ਇਸ ਵਿਚਾਰ ਦਾ ਕੁਛ ਪ੍ਰਯੋਜਨ ਨਹੀਂ ਹੈ ਵੀ ਇਹ ਦਾਗ ਕਦੋਂ ਦਾ, ਕਿਉਂ ਅਤੇ ਕਿਸ ਤਰ੍ਹਾਂ ਲੱਗ ਗਿਆ ਹੋਊਗਾ। ਬਸ ਉਹ ਦਾਗ ਵੇਖਿਆ ਅਤੇ ਉਹਦੀ ਪੜਚੋਲ ਕਰਨ ਦਾ ਮਤਲਬ ਨਹੀਂ, ਬਸ ਦਾਗ ਵੇਖਿਆ, ਇਹ ਵੇਖਣਾ ਇਹ ਹੈ ਕਿ ਇਹਨੂੰ ਮਿਟਾਉਣਾ ਕਿਵੇਂ। ਬਸ ਇਹੀ ਪ੍ਰਯੋਜਨ ਅਸਲੀ। ਹੁਣ ਆਪਾਂ ਥੋੜ੍ਹੀ ਰੱਖਾਂਗੇ ਅੱਛਾ ਬੱਸ 'ਚ ਜਦੋਂ ਬੈਠਾ ਸੀ ਸ਼ਾਇਦ ਉਦੋਂ ਲੱਗ ਗਿਆ ਵਾ, ਹਾਂ ਲੱਗ ਗਿਆ, ਕਿਉਂ ਲੱਗ ਗਿਆ, ਇਹਦਾ ਮਕਸਦ ਤਾਂ ਸਾਡਾ ਕੋਈ ਨਹੀਂ, ਇਹ ਸਾਡਾ ਪ੍ਰਯੋਜਨ ਹੀ ਨਹੀਂ। ਅਸੀਂ ਦਾਗ ਵੇਖੇ, ਬਸ ਦਾਗ ਨੂੰ ਲਾਉਣਾ ਪ੍ਰਯੋਜਨ ਹੈ, ਉਪਾਏ ਕਰਨਾ ਹੀ ਸਹੀ ਹੈ। ਤੈਸੇ ਕਹਿੰਦੇ ਇਹ ਪ੍ਰਪੰਚ ਕਾ ਆਰੋਪ ਕਬ ਕਾ ਔ ਕਾਹੇ ਕੂ ਹੁਆ ਹੋਵੇਗਾ। ਤੈਸੇ ਤਰ੍ਹਾਂ ਕਹਿੰਦੇ ਜੇ ਪ੍ਰਪੰਚ ਦਾ ਆਰੋਪ ਕਦੋਂ ਦਾ, ਕਿਉਂ, ਕਿਸ ਤਰ੍ਹਾਂ ਹੋ ਗਿਆ ਹੋਊਗਾ, ਕਿਉਂਕਿ ਤੁਹਾਨੂੰ ਦੱਸ ਦਿੱਤਾ ਵੀ ਅਨਾਦੀ ਹੈ, ਕਲਪਿਤ ਹੈ। ਫਿਰ ਜੋ ਹੈ ਅਨਾਦੀ ਉਹਦਾ ਤਾਂ ਪਤਾ ਕੋਈ, ਸ਼ੁਰੂਆਤ ਅਤੇ ਪਤਾ ਕੋਈ ਨਹੀਂ। ਇਹ ਪ੍ਰਪੰਚ ਦਾ ਆਰੋਪ ਅਨਾਦੀ ਹੈ, ਕਲਪਿਆ ਹੋਇਆ। ਫਿਰ ਕਦੋਂ ਦਾ ਅਤੇ ਕਿਸ ਤਰ੍ਹਾਂ ਹੋ ਗਿਆ, ਇਹਦਾ ਕਹਿੰਦੇ ਇਸ ਵਿਚਾਰ ਕਾ ਵੀ ਕੁਛ ਪ੍ਰਯੋਜਨ ਨਹੀਂ ਹੈ। ਇਸ ਵਿਚਾਰ ਦਾ ਵੀ ਕੋਈ ਪ੍ਰਯੋਜਨ ਮਤਲਬ ਨਹੀਂ ਹੈ, ਪਰੰਤੂ ਇਸ ਕੀ ਨਿਵਰਤੀ ਕਾ ਉਪਾਏ ਕਰਨਾ ਯੋਗ ਹੈ। ਜਿਵੇਂ ਵਸਤਰ 'ਤੇ ਲੱਗੇ ਦਾਗ ਨੂੰ ਮਿਟਾਉਣਾ ਦਾ, ਨਿਵਰਤ ਕਰਨ ਦਾ ਉਪਾਏ ਕਰਨਾ ਯੋਗ ਹੈ, ਇਸੇ ਤਰ੍ਹਾਂ ਇਸ ਦੀ ਨਿਵਰਤੀ ਦਾ ਉਪਾਏ ਕਰਨਾ ਹੀ ਯੋਗ ਹੈ, ਭਾਵ ਗਿਆਨ ਪ੍ਰਾਪਤ ਕਰਕੇ ਅਤੇ ਇਸ ਨੂੰ ਮਿਟਾਉਣਾ ਹੀ ਯੋਗ ਹੈ। ਹੁਣ ਕਹਿੰਦੇ ਜੋ ਵੀ ਇਸ ਦੀ ਨਿਵਰਤੀ ਦਾ ਉਪਾਏ ਕਰਨਾ ਯੋਗ ਹੈ, ਉਹਦਾ ਇੱਥੇ ਹੁਣ ਪ੍ਰਸ਼ਨ ਅਗਲਾ ਖੋਲ੍ਹ ਕੇ ਦੱਸਣ ਲੱਗੇ ਹੈ ਵੀ ਕੀ ਹੋਊਗਾ ਜੇ ਇਸ ਦੀ ਨਿਵਰਤੀ ਆਰੋਪ ਦੀ ਹੋ ਜਾਊਗੀ ਤਾਂ ਕੀ ਫਲ ਹੈ। ਹਾਂਜੀ, ਪ੍ਰਸ਼ਨ ਅੱਜ ਆਪਾਂ ਹੁਣੇ ਪੜ੍ਹਿਆ। ਇੱਥੇ ਵਿਦਵਾਨ ਜਨ ਬੜਾ ਸੋਹਣਾ ਪ੍ਰਮਾਣ ਵੀ ਦਿੰਦੇ ਆ ਕਿ ਆਰੋਪ ਕਦੋਂ ਦਾ ਅਤੇ ਕਿਸ ਤਰ੍ਹਾਂ ਹੋਇਆ। ਉਹ ਇਸ ਤਰ੍ਹਾਂ ਵੀ ਜਿਵੇਂ ਕਹਿੰਦੇ ਵੀ ਬਸਤਰ ਨੂੰ ਦਾਗ ਲੱਗ ਗਿਆ, ਆਪਾਂ ਇਹ ਨਹੀਂ ਵੇਖਣਾ ਕਦੋਂ ਦਾ ਲੱਗਾ ਅਤੇ ਕਿਉਂ ਲੱਗ ਗਿਆ, ਉਹਦੀ ਬਸ ਮਿਟਾਉਣ ਦੇ ਪ੍ਰਯੋਜਨ ਨਾਲ ਮਤਲਬ ਆ। ਇਸ ਵਿਚਾਰ ਦਾ ਮਤਲਬ ਆ ਕਦੋਂ ਦਾ ਲੱਗਾ, ਕਿਉਂ ਲੱਗਾ, ਇਸ ਵਿਚਾਰ ਦਾ ਪ੍ਰਯੋਜਨ ਕੋਈ ਨਹੀਂ ਹੈ। ਇਸੇ ਤਰ੍ਹਾਂ ਪ੍ਰਪੰਚ ਦਾ ਆਰੋਪ ਕਦੋਂ ਦਾ ਅਤੇ ਕਿਉਂ ਹੋ ਗਿਆ, ਇਸ ਵਿਚਾਰ ਦਾ ਵੀ ਕੋਈ ਪ੍ਰਯੋਜਨ ਨਹੀਂ ਹੈ, ਪਰੰਤੂ ਇਸ ਦੀ ਨਿਵਰਤੀ ਦਾ ਉਪਾਏ ਕਰਨਾ ਯੋਗ ਹੈ। ਹੁਣ ਅਸੀਂ ਬੈਠੇ ਹਾਂ, ਚਲੋ ਅੱਜ ਕੱਲ੍ਹ ਦੇ ਲੈਂਟਰ ਪਏ ਹੋਏ ਆ, ਪਹਿਲਾਂ ਛੱਤਾਂ ਬਾਲਿਆਂ ਦੀਆਂ ਹੁੰਦੀਆਂ ਸੀ, ਐਵੇਂ ਸ਼ਤੀਰਾਂ ਦੀਆਂ ਹੁੰਦੀਆਂ ਸੀ, ਅਤੇ ਉਹ ਵਿੱਚ ਫੱਟੀਆਂ 'ਚ ਲਾ ਕੇ ਕੀਤੇ ਹੁੰਦੇ ਸੀ, ਜਿਵੇਂ ਝੌਂਪੜੀ ਵੀ ਅੱਜ ਕੱਲ੍ਹ ਕਈ ਹੈ ਪੰਜਾਬ ਤੋਂ ਬਾਹਰ ਇਲਾਕਾ। ਹੁਣ ਬੈਠੇ ਹਾਂ, ਬੈਠਿਆਂ ਝੋਲੀ 'ਚ ਉੱਤੋਂ ਆ ਕੇ ਸੱਪ ਡਿੱਗ ਪਿਆ, ਅਤੇ ਉਹ ਸੱਪ ਡਿੱਗ ਪਿਆ ਕਿ ਉਸ ਸੱਪ ਨੂੰ ਆਪਾਂ ਇਸ ਤਰ੍ਹਾਂ ਥੋੜ੍ਹੀ ਵੇਖਾਂਗੇ ਇਹਦੀ ਲੰਬਾਈ ਕਿੰਨੀ ਹੈ, ਇਹਦੀ ਮੋਟਾਈ ਕਿੰਨੀ ਹੈ, ਕਿਸ ਨਸਲ ਦਾ ਸੱਪ ਆ, ਇਸ ਜ਼ਹਿਰ ਜ਼ਿਆਦਾ ਹੁੰਦੀ ਹੈ ਕਿ ਨਹੀਂ ਹੁੰਦੀ ਹੈ, ਇਹਦੇ ਡੰਗਿਆਂ ਮੈਂ ਕਿੰਨੇ ਦਿਨ ਕੱਢ ਸਕਦਾ। ਆਪਾਂ ਇਹ ਤਾਂ ਨਹੀਂ ਨਾ ਵੇਖਾਂਗੇ, ਬਸ ਸੱਪ ਝੋਲੀ 'ਚ ਡਿੱਗਾ ਉਸੇ ਵੇਲੇ ਕੀ ਕਰਾਂਗੇ, ਸੁੱਟਣ ਦੀ ਕਰਾਂਗੇ, ਇੱਦਾਂ ਉਹਦਾ ਸੁੱਟਦੀ। ਉੱਥੇ ਸਾਡਾ ਇਹ ਪ੍ਰਯੋਜਨ ਤਾਂ ਨਹੀਂ ਹੈ ਇਹ ਸਭ ਕਿੱਥੋਂ ਆਇਆ, ਕਿਵੇਂ ਡਿੱਗ ਪਿਆ, ਇਹਨੇ ਮੇਰੀ ਝੋਲੀ 'ਚ ਕਿਉਂ ਡਿੱਗਿਆ, ਇਹਦਾ ਇੰਨਾ ਵਿਚਾਰਨ ਦਾ ਤਾਂ ਪ੍ਰਯੋਜਨ ਨਹੀਂ ਹੈ। ਬਸ ਉਸ ਨੂੰ ਨਿਵਰਤ ਕਰਨਾ, ਝੋਲੀ 'ਚੋਂ ਦਾ ਸੁੱਟਣਾ ਕਿ ਮੈਨੂੰ ਡੰਗ ਨਾ ਮਾਰ ਦੇਣੇ, ਬਸ ਬਚਣਾ। ਇਸੇ ਤਰ੍ਹਾਂ ਉਸ ਪ੍ਰਮਾਣ ਨੂੰ ਸਮਝ ਕੇ ਕਿ ਪ੍ਰਪੰਚ ਕਦੋਂ ਦਾ ਅਤੇ ਕਿਉਂ ਹੋਇਆ, ਕਿਸ ਤਰ੍ਹਾਂ ਹੋਇਆ, ਇਸ ਦਾ ਪ੍ਰਯੋਜਨ ਨਹੀਂ ਹੈ। ਬਸ ਇਸ ਨੂੰ ਨਿਵਰਤੀ, ਪ੍ਰਪੰਚ ਦੀ ਜੋ ਆਰੋਪ ਹੋਇਆ ਹੈ ਆਤਮਾ ਦੇ ਵਿੱਚ, ਇਸ ਸਰੀਰ ਰੂਪੀ ਪ੍ਰਪੰਚ ਦਾ, ਬ੍ਰਹਮ ਦੇ ਵਿੱਚ,
ਇਹ ਸਮਸ਼ਟੀ ਵਿਅਸ਼ਟੀ ਰੂਪ ਸਾਰੇ ਪ੍ਰਪੰਚ ਦਾ ਇਹਦੀ ਨਿਵਰਤੀ ਕਰਨੀ ਹੈ। ਇਹ ਪ੍ਰਯੋਜਨਾ, ਇਹ ਯੋਗ ਹੈ। ਸੋ ਅਗਲਾ ਪ੍ਰਸ਼ਨ 37ਵਾਂ, ਇਸ ਸਰਵ ਆਰੋਪ ਕੀ ਨਿਵਰਤੀ ਕਿਸ ਰੀति से होवे। ਤੇ ਪ੍ਰਸ਼ਨ ਲੱਗਦਾ ਤੇ ਮਿਸਟੇਕ ਹੈ ਕੋਈ, ਕਿਉਂਕਿ ਪ੍ਰਸ਼ਨ ਤੇ ਇੱਥੇ ਹੋਰ ਵੀ ਆਉਂਦਾ ਹੈਗਾ। ਹਾਂਜੀ, ਪ੍ਰਸ਼ਨ ਇਸ ਸਰਵ ਆਰੋਪ ਕੀ ਨਿਵਰਤੀ ਕਿਸ ਰੀति से ਹੋਵੇ। ਕਹਿੰਦੇ ਵੀ ਇਸ ਸਾਰੇ ਆਰੋਪ ਦੀ ਨਿਵਰਤੀ ਕਿਸ ਰੀਤੀ ਨਾਲ ਹੋਊਗੀ, ਕਿਸ ਤਰ੍ਹਾਂ ਇਹ ਆਰੋਪ ਨਿਵਰਤ ਹੋ ਜਾਊਗਾ, ਦੂਰ ਹੋ ਜਾਊਗਾ, ਮਿਟ ਜਾਊਗਾ ਜੋ ਮਿੱਥਿਆ ਪਰਪੰਚ ਦਾ ਆਰੋਪ ਕਲਪਿਆ ਹੋਇਆ। ਉਹਦਾ ਉੱਤਰ ਦਿੰਦੇ ਕਹਿੰਦੇ ਬ੍ਰਹਮ ਗਿਆਨ ਸੇ, ਬ੍ਰਹਮ ਗਿਆਨ ਹੋਣ ਦੇ ਨਾਲ ਹੀ ਇਸ ਆਰੋਪ ਦੀ ਨਿਵਰਤੀ ਹੋ ਜਾਊਗੀ। क्योंकि पीछे आया ना, जे आरोप किससे होवे है, कहते भी यह आरोप अज्ञान से होवे है। जे ये आरोप अज्ञान ना होया तो उदों अपोजिट ज्ञान के नाल ये आरोप निवृत्त हो जाऊगा। ठीक है, केवल इस आरोप को निवृत्त कर लिए कोई बहुत जिहड़े है साधन इकट्ठे करने की जरूरत नहीं है। मतलब साधन समझे तुसीं कि कोई थोड़े लै लो, कुहाड़ियाँ लै लो, ये आरोप निवृत्त करना, ये काम नहीं है। सिर्फ तो सिर्फ एक ब्रह्म ज्ञान। कि ब्रह्म ज्ञान की है? अपने स्वै स्वरूप का ज्ञान। ब्रह्म ज्ञान कोई ये नहीं है कोई उपरले पताल आकाश का ज्ञान लैना, जां पताल का लैना ज्ञान, जां उपरले आकाश च कोई रब बैठा उहदा लैना। ब्रह्म ज्ञान की है? आत्म ज्ञान। जो असीं अपने स्वै स्वरूप को जान लिया ना, सब पासे अपने आत्म बसारा सारी पासे वेख लिया, अपना आपा रूप ही देख लिया, सब पासे मेरा अपना आप ही है, मेरा आपा ही है। तो उदों फिर ये प्रपंच की निवृत्ति हो जाती, इस आरोप की निवृत्ति हो जाती। ब्रह्म ज्ञान की? आत्म ज्ञान। आत्मा ब्रह्म तो वखरी नहीं, ब्रह्म का ही एक अंश, ब्रह्म का एक हिस्सा आत्मा है। आत्मा नूं जान लिया ते अपने आत्मा जो वेख लिया भी मेरा आत्मा व्यापक है, तो उस नूं ब्रह्म चेतन कहा जाता है। ब्रह्म ज्ञान के नाल ये सारे आरोप की निवृत्ति हो जाती है। ते ब्रह्म ज्ञान के नाल माया और अविद्या की निवृत्ति होवे है। ब्रह्म ज्ञान के नाल जिहड़ी कल्पित माया है, प्रकृति का हिस्सा, ते अविद्या है। शुद्ध सतुगुण के सहित की है? माया। मरण सतुगुण के सहित की है? अविद्या। तो ये किहदे हिस्से है? प्रकृति दे। ब्रह्म ज्ञान नाल माया ते अविद्या की निवृत्ति हो जाती है। तीसरे कार्य सहित प्रकृति की निवृत्ति होवे है। फिर तीसरे कहिए उसे ब्रह्म ज्ञान तो कार्य सहित प्रकृति की निवृत्ति होवे, क्योंकि प्रकृति का कार्य की है? प्रकृति का कार्य की? प्रकृति अगे तीन हिस्सों में पाउंदी ना, पिछे पढ़ आए हैं कि माया, अविद्या ते तमा प्रधान प्रकृति, उदा सारा पढ़ आए हैं। तो प्रकृति की निवृत्ति होती किदां? कार्य सहित। प्रकृति का कार्य की है? माया, अविद्या ते तमा प्रधान प्रकृति। तो ब्रह्म ज्ञान नाल प्रकृति की निवृत्ति हो जाती, नाल ही उहदे कार्य की निवृत्ति हो जाती है। जो कारण मिट गया, कार्य तो अपने आप ही चला जाएगा। तीसरे प्रकृति और ब्रह्म के संबंध की निवृत्ति है। फिर तीस तो बाद ब्रह्म ज्ञान तो प्रकृति और ब्रह्म का जिहड़ा संबंध कल्पिया होया सी, अनादि कल्पित तदात्मय संबंध मन्निया गया, उस संबंध की निवृत्ति हुंदी है। क्योंकि जदों ताइयों इन्हां नूं शांत अनादि कहा जाता है। ज्ञान होण ते आत्म ज्ञान, ब्रह्म ज्ञान होण ते ये सारे ही खत्म हो जाते हैं। तो जदों ये ब्रह्म ज्ञान होने ते प्रकृति ते ही निवृत्ति हो गई, तो फिर ब्रह्म के नाल ओड़ा संबंध वो कित्थे रह गया? ब्रह्म के नाल संबंध की निवृत्ति हो जाती। जिहड़ा संबंध मन्निया है, प्रकृति अनादि कल्पित है, कल्पी हुई। तो जदों ब्रह्म ज्ञान होने के नाल ये सारा ही मिट गया, प्रकृति मिट गई, फिर उसदा संबंध की भी निवृत्ति नाल ही हो जाती है।
तिस ते जीव भाव और ईश्वर भाव की निवृत्ति होवे। फिर ब्रह्म ज्ञान तो जीव भाव और ईश्वर भाव की निवृत्ति हो जाती। किवें? हुण जीव कितों पैदा होया? प्रकृति तो ही। ईश्वर कितों आया? प्रकृति तो ही। माया प्रकृति का हिस्सा है। माया दे विच ही ब्रह्म चेतन का जिहड़ा है प्रतिबिंब होया ते ईश्वर उहनूं मन्निया है। ते जदों माया ही मिट गई ते प्रतिबिंब किह च बनिया? ते ईश्वर भाव मिट गया। जदों प्रकृति का हिस्सा अविद्या, जदों प्रकृति ही मिट गई फिर अविद्या कित्थे रह गई? ते अविद्या विच जिहड़ा प्रतिब्रह्म कूटा चेतन था वह कित्थे रह गया? सब निवृत्त हो गए ना। ते ब्रह्म ज्ञान दे नाल जीव भाव और ईश्वर भाव की निवृत्ति हो जाती। जां भी ये जीव है, ये ईश्वर है, इसकी निवृत्ति मिट जाती है। क्योंकि सब प्रकृति तो पैदा होए। प्रकृति की माया की उपाधि नाल ईश्वर, जीव की उपाधि नाल अविद्या की उपाधि नाल जीव। जदों उन्हां दी ही निवृत्ति होगी ब्रह्म ज्ञान के नाल, ना कोई माया ना कोई विद्या, फिर जीव भाव ते ईश्वर भाव की निवृत्ति हो जाती है। तीसरे जीव ईश्वर के भेद की निवृत्ति हुए हैं। फिर ब्रह्म ज्ञान के नाल जीव ईश्वर के भेद की निवृत्ति भी हो जाती है। जो जीव भाव ईश्वर भाव मिट गया फिर भेद कित्थे रह जाता है? जिन्ना चिर अज्ञान है उन्ना चिर मैं जीव हाँ ते वो सर्वगता करके ईश्वर है। मैं अल्पाग हाँ, वो सर्वाग्य है। मैं बद्ध हाँ, वो नित मुक्त है। मैं नाना हाँ, वो व्यापक है, वो एक है। मैं नाना हाँ, मैं प्रसन्न हाँ ते ईश्वर व्यापक है। मैं बद्ध हाँ, वो नित मुक्त है। ये जिहड़ा भेद है ना, इस भेद की निवृत्ति हो जाती है। तिस तै भाव ब्रह्म ज्ञान तो जीव ईश्वर के भेद की निवृत्ति हो जाती है। जीव भाव किन्ना चिर? जिन्ना चिर अज्ञान है। ठीक है ना? जिन्ना चिर अज्ञान है उन्ना चिर मैं जीव हाँ। जिन्ना चिर सरूप की लखता नहीं हो जाती। जो आत्म चेतन नूं वेख लिया उदों पता लग जाता मैं तो कोई जीव नहीं ही हाँ। तो जिन्हों ईश्वर मन्निया है अल्पगता करके कि वो सर्वाग्य है, व्यापक है, एक है, नित मुक्त है। जो आत्म ज्ञान होंदा दिखता भी वो ईश्वर तो कोई है नहीं, वो मेरा आपा ही है सारे पासे। जीव आत्म ज्ञान होने ते जीव भाव मिट गया ते आत्म ज्ञान होने ते ईश्वर भाव मिट गया। जो दोवें मिट गए फिर वो वड्डा मैं छोटा, ये भेद कित्थे रह जाता? ये भेद भी निवृत्ति हो जाती है। तिस तै बंध की निवृत्ति होए कै मोक्ष सिद्ध होवे है। ब्रह्म ज्ञान नाल जेड़े बंधन पे है ना जीव भाव करके ओदी निवृत्ति हो के मोक्ष सिद्ध होवे, मुक्ति मोक्ष सिद्ध हो जाती है ब्रह्म ज्ञान के नाल। जो मकसद है मेन बंधन की है जीव भाव करके इस शरीर का बंधन है। शरीर नाल जुड़े जिन्ने भी रिश्ते नाते है, जो भी संबंध है, वो सब बंधन है। तो जो आत्म ज्ञान हो गया ये बंधन निवृत्त हो गए तो वह बंधन निवृत्त नूं ही की कहते हैं? मोक्ष। बंधन निवृत्त हो गए दो काम होंगे, मोक्ष वखरा बंधन वखरा। एक तो बंधन निवृत्त हो गए, पिछे की रह गया? मोक्ष। बंधन की निवृत्ति हो जानी, मोक्ष आ जाना, मोक्ष सिद्ध हो जाता है। ठीक है ना? तीसरे बंध की निवृत्ति। बंधन की है? बंधन है शरीर का। शरीर जमदा है, मरदा है, दुख सुख भोगता है, मैं मेरी करता है, मैं मेरी करता है, इस करके दुख सुख है। शरीर नूं बीमारियां हैं, बीमारियां दे बंधन, मोह दे बंधन, काम दे बंधन, चेष्टा के बंधन। शरीर नूं ते बंधन ही बंधन है ना। संबंधियों के बंधन, रिश्तेदारों के बंधन, माता पिता के मोह रूपी बंधन। ब्रह्म ज्ञान हो जाए फिर पता लग जाता है ये शरीर सब मेरा आपा ही है। किसना मोह करना, किसना ना करना, ਇਹਦਾ तो कोई अर्थ ही नहीं रह जाता। ना कोई बैरी नहीं बेगाना। ये शरीर नाशवान है। शरीर जिन्ना चਿਰ सत मन्निया चिर बंधन होंदा है। इनू गुजार ना हो जाए, ਇਹਦੇ ਉਪਾਏ ਲਈ ਅਸੀਂ ਕਈ ਕੁਝ ਬੰਧਨ ਕਰਦੇ।
ਜਦੋਂ ਆਤਮ ਗਿਆਨ ਹੋ ਜਾਂਦਾ ਹੈ, ਜੰਮਣ ਮਨ ਰੂਪੀ ਬੰਧਨ ਦੀ ਨਿਵਰਤੀ ਹੋ ਜਾਂਦੀ ਹੈ। ਆਤਮ ਗਿਆਨ ਹੋਣ 'ਤੇ ਜਦੋਂ ਸਰੀਰ ਦੇ ਨਾਲ ਜਿੰਨੇ ਬੰਧਨ, ਇਹ ਬੰਧਨ ਆਤਮ ਗਿਆਨ ਹੋ ਗਿਆ, ਇਹ ਸਰੀਰ ਦੇ ਬੰਧਨ ਸਭ ਨਿਵਰਤ ਹੋ ਜਾਂਦੇ ਆ ਅਤੇ ਮੋਕਸ਼ ਸਿੱਧ ਹੋ ਗਿਆ। ਮੁਕਤੀ ਸਿੱਧ ਹੋ ਜਾਂਦੀ ਹੈ, ਮੁਕਤੀ ਪ੍ਰਾਪਤ ਹੋ ਜਾਂਦੀ, ਸਿੱਧ ਭਾਵ ਸਿੱਧੀ ਹੋ ਜਾਂਦੀ, ਪ੍ਰਾਪਤ ਹੋ ਜਾਂਦੀ। ਇਸ ਰੀਤੀ ਸੇ ਏਕ ਕਾਲ ਵਿਸ਼ੇ ਹੀ ਸਰਵ ਅਰੂਪ ਕੀ ਨਿਵਰਤੀ ਰੂਪ ਅਪਵਾਦ ਹੋਵੇ ਹੈ। ਹੁਣ ਕਹਿੰਦੇ ਆ ਵੀ ਸੁਣੋ, ਇਹ ਜੋ ਕੁਝ ਵੀ ਆ ਕਿ ਇਹ ਬ੍ਰਹਮ ਗਿਆਨ ਨਾਲ ਹੌਲੀ ਹੌਲੀ ਇਹ ਨਿਵਰਤ ਹੋਊਗਾ, ਕਰਮਵਾਰ ਨਿਵਰਤ ਹੋਊਗਾ, ਲੜੀਵਾਰ ਰੂਪ ਵਿੱਚ ਨਿਵਰਤ ਹੋਊ। ਪਹਿਲਾਂ ਕਿ ਮਾਇਆ ਤੇ ਵਿਦਿਆ ਦੀ, ਫਿਰ ਕਾਜ ਸਹਿਤ ਪ੍ਰਕਿਰਤੀ ਦੀ, ਪ੍ਰਕਿਰਤੀ ਔਰ ਬ੍ਰਹਮ ਦੇ ਸੰਬੰਧ ਦੀ, ਜੀਵ ਭਾਵ ਈਸ਼ਵਰ ਦੇ ਭਾਵ ਦੀ ਨਿਵਰਤੀ। ਜੋ ਆ 6 ਆਪਸ਼ਨ ਹੈ, ਕਹਿੰਦੇ ਇੱਦਾਂ ਨਿਵਰਤੀ ਹੋਊਗੀ? ਕਹਿੰਦੇ ਨਾ, ਇਸ ਰੀਤੀ ਨਾਲ ਏਕ ਕਾਲ ਵਿਸ਼ੇ, ਇੱਕ ਕਾਲ ਦੇ ਵਿੱਚ, ਇੱਕੇ ਸਮੇਂ ਵਿੱਚ ਹੀ ਬ੍ਰਹਮ ਗਿਆਨ ਹੋਇਆ ਨਹੀਂ ਤੇ ਇਹਦੀ ਨਿਵਰਤੀ ਹੋਈ ਨਹੀਂ। ਬ੍ਰਹਮ ਗਿਆਨ ਜਦੋਂ ਹੀ ਹੋਇਆ, ਇਸ ਸਾਰੇ ਦੀ ਨਿਵਰਤੀ, ਸਾਰੇ ਅਰੂਪ ਦੀ ਨਿਵਰਤੀ ਰੂਪ ਅਪਵਾਦ ਹੋਵੇ। ਸਭ ਕੁਝ ਉਸੇ ਵੇਲੇ ਹੀ ਨਿਵਰਤ ਹੋ ਜਾਊਗਾ, ਸਾਰੇ ਰੂਪ ਦੀ ਨਿਵਰਤੀ ਹੋ ਜਾਊਗੀ ਤੇ ਅਵਸ਼ੇਸ਼ ਬਾਕੀ ਕੀ ਬਚੂਗਾ? ਅਪਵਾਦ ਰੂਪ ਆਤਮ ਚੇਤਨ, ਬ੍ਰਹਮ ਚੇਤਨ, ਪ੍ਰਪੰਚ, ਇਹ ਸਭ ਨਿਵਰਤ ਹੋ ਜਾਊਗਾ ਇੱਕੋ ਸਮੇਂ। ਬ੍ਰਹਮ ਗਿਆਨ ਹੋ ਗਿਆ ਤੇ ਬਸ ਖਤਮ। ਜਿਵੇਂ ਆ ਕਮਰਾ ਮਕਾਨ ਹੈ, ਇਹਦੇ ਵਿੱਚ ਭਾਵੇਂ ਹਨੇਰਾ ਸਵੇਰ ਰਾਤ ਦਾ ਹੀ ਹੈ, ਭਾਵੇਂ ਕਿ 10 ਘੰਟੇ 8 ਘੰਟੇ ਰਾਤ ਲੰਘ ਗਈ ਹੈ, ਦੀਵਾ ਜਗਾਏਗਾ, ਜਗਾਵਾਂਗੇ ਉਸੇ ਵੇਲੇ ਬਸ ਪ੍ਰਕਾਸ਼। ਹਨੇਰਾ ਨਹੀਂ ਕਹੋਗੇ ਮੈਂ 8 ਘੰਟੇ ਹੋ ਕੇ ਬੈਠੇ ਨੇ, ਮੈਨੂੰ ਤੂੰ ਐਡੀ ਛੇਤੀ ਕਿੱਥੋਂ ਆ ਕੇ ਮੈਨੂੰ ਭਜਾਉਣ ਲੱਗਾ। ਜਿਵੇਂ ਹੋਰ ਵੀ ਵਿਦਵਾਨ ਜਨ ਦੇ ਲੈ ਲੈਂਦੇ ਪ੍ਰਮਾਣ ਵੀ ਜਿਵੇਂ ਕੋਈ ਗੁਫਾ ਹੈ ਜੰਗਲ ਵਿੱਚ ਬਹੁਤ ਪੁਰਾਣੀ, ਉਸ ਵਿੱਚ ਹਜ਼ਾਰਾਂ ਸਾਲ ਪੁਰਾਣਾ ਹਨੇਰਾ ਹੋਵੇ, ਬਸ ਜਦੋਂ ਹੀ ਆਪਾਂ ਅੰਦਰ ਗਏ, ਦੀਵਾ ਲਿਆ, ਕੋਈ ਟਾਰਚ, ਬਲਬ, ਜੋ ਕੁਝ ਵੀ ਰੋਸ਼ਨੀ ਵਾਲਾ ਲੈ ਕੇ ਗਏ, ਜਦੋਂ ਹੀ ਉਹਨੂੰ ਜਗਾਇਆ, ਜਲਾਇਆ, ਬਸ ਉਸੇ ਵੇਲੇ ਪ੍ਰਕਾਸ਼ ਹੋ ਜਾਊਗਾ। ਉਹ ਹਨੇਰਾ ਇਹ ਥੋੜ੍ਹੀ ਕਹੂਗਾ ਮੈਨੂੰ ਤਾਂ ਹਜ਼ਾਰਾਂ ਸਾਲ ਹੋ ਗਏ ਇੱਥੇ ਆਪਣੀ ਚਲਾਉਂਦੇ ਨੂੰ, ਤੇ ਤੂੰ ਕਿੱਥੋਂ ਆ ਕੇ ਪ੍ਰਕਾਸ਼ ਕਰ ਦਿੱਤਾ। ਰੋਸ਼ਨੀ ਦਾ ਇੰਨਾ ਬਾਲ, ਪ੍ਰਕਾਸ਼ ਦਾ ਇੰਨਾ ਬਾਲ। ਬ੍ਰਹਮ ਗਿਆਨ ਇਸੇ ਤਰ੍ਹਾਂ ਸਮਝ ਲਓ, ਭਾਵੇਂ ਕਿ ਅਨਾਦਿ ਹੈ ਇਹ ਰੂਪ ਪ੍ਰਪੰਚ ਦਾ, ਪਰ ਜਦੋਂ ਬ੍ਰਹਮ ਗਿਆਨ ਹੋਇਆ ਤੇ ਇਹ ਆਰੋਪ ਜਿਹੜਾ ਉਸੇ ਛੇਨੇ ਨਿਵਰਤ ਹੋ ਜਾਏਗਾ, ਸਭ ਬੰਧਨ ਨਿਵਰਤ ਹੋ ਜਾਣਗੇ। ਬ੍ਰਹਮ ਗਿਆਨ ਹੋਣ ਦੀ ਹੀ ਦੇਰ ਹੈ, ਸਾਰਾ ਹੀ ਝੰਜਟ ਝਮੇਲਾ ਪ੍ਰਪੰਚ ਦਾ ਖਤਮ ਹੋ ਜਾਏਗਾ। ਜਿਵੇਂ ਬੱਤੀ ਜਗਦੇ ਮਕਾਨ 'ਚ ਪ੍ਰਕਾਸ਼, ਰੋਸ਼ਨੀ ਹੋ ਜਾਂਦੀ, ਸਭ ਪਾਸੇ ਦਿਖਣ ਲੱਗ ਜਾਂਦਾ, ਤੇ ਇਸੇ ਪ੍ਰਕਾਰ ਹੀ ਜਿਹੜਾ ਹੈ ਬ੍ਰਹਮ ਗਿਆਨ ਹੋਣ ਦੇ ਨਾਲ ਹੀ ਸਾਰੇ ਆਰੋਪ ਦੀ ਨਿਵਰਤੀ ਹੋ ਜਾਊਗੀ। ਠੀਕ ਹੈ ਜੀ। ਤੇ ਅੱਜ ਜੋ ਕੁਝ ਵੀ ਪੜ੍ਹਿਆ, ਕਿੰਨਾ ਕੁਝ ਉਹਨਾਂ ਨੇ ਇਸ ਪ੍ਰਸ਼ਨ ਦੇ ਵਿੱਚ ਉੱਤਰ 'ਚ ਦੱਸਿਆ। ਐਵੇਂ ਸਮਝੋ ਸਮੱਸਿਆ ਕਈ, ਉਪਾਅ ਇੱਕ, ਉਹ ਕੀ? ਬ੍ਰਹਮ ਗਿਆਨ। ਤੇ ਬ੍ਰਹਮ ਗਿਆਨ ਮਤਲਬ ਆ ਸਾਰੇ ਕੰਮ ਜਿੰਨੇ ਵੀ ਆ ਨਜ਼ਰੀ ਆ ਰਹੇ, ਜਿੰਨੇ ਵੀ ਕਾਰਜ ਵਿੱਚ ਆ ਰਹੇ ਆ, ਵੀ ਆ ਕੁਝ ਮਾਇਆ, ਵਿਦਿਆ, ਭੇਦ ਭਾਵ, ਜੀਵ ਭਾਵ, ਇਹ ਕਿੰਨੇ ਕੰਮ ਕਹਿੰਦੇ ਕਿੱਦਾਂ ਹੋਣਗੇ, ਕਿਵੇਂ ਹੋਣਗੇ? ਸਾਰੇ ਕੰਮ ਕਿਵੇਂ ਹੋਣਗੇ? ਕਹਿੰਦੇ ਬ੍ਰਹਮ ਗਿਆਨ ਨਾਲ ਸਾਰੇ ਨਿਵਰਤ ਹੋਣਗੇ। ਤੇ ਜਿਸ ਨਾਲ ਸਾਰੇ ਕੰਮ ਹੋਣਾ, ਆਪਾਂ ਉਹੀ ਕਾਰਜ ਕਰਾਂਗੇ ਨਾ, ਫਿਰ ਸਭ ਤੋਂ ਸ੍ਰੇਸ਼ਟ ਕੀ ਹੋਇਆ? ਬ੍ਰਹਮ ਗਿਆਨ। ਤੇ ਹਮੇਸ਼ਾ ਹੀ ਸ੍ਰੇਸ਼ਟ ਹੀ ਲੱਭਦੇ ਆ, ਸਾਨੂੰ ਸ੍ਰੇਸ਼ਟ ਹੀ ਚਾਹੀਦਾ। ਤੇ ਬ੍ਰਹਮ ਗਿਆਨ ਸਭ ਤੋਂ ਸ੍ਰੇਸ਼ਟ ਹੈ। ਬ੍ਰਹਮ ਗਿਆਨ ਪ੍ਰਾਪਤ ਹੋ ਜਾਵੇ ਤੇ ਇਹ ਸਭ ਕਿੱਥੋਂ ਹੋ ਸਕਦਾ? ਬਾਰ ਮੈਂ ਤੋਂ ਕੁਝ ਆ ਰਿਹਾ ਹਾਂ, ਗੁਰੂ ਦੀ ਬਾਣੀ ਵਿੱਚ ਹੁੰਦਾ ਹੈ ਮਹਾਰਾਜ ਜੀ ਦੇ ਬਚਨ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਬਿਨ ਗਿਆਨ ਨਾ ਹੋਏ। ਠੀਕ ਹੈ ਨਾ, ਗੁਰੂ ਤੋਂ ਬਿਨਾਂ ਗਿਆਨ ਕਦੀ ਹੁੰਦਾ ਨਹੀਂ, ਕਿਉਂਕਿ ਗੁਰੂ ਹੈ ਗਿਆਨ ਸਰੂਪ। ਗਿਆਨ ਸਰੂਪ ਕੀ ਹੈ? ਬ੍ਰਹਮ। ਤੇ ਬ੍ਰਹਮ ਹੀ ਹੈ ਕਿ ਗੁਰੂ ਬਿਨਾਂ ਗਿਆਨ ਨਹੀਂ ਹੋ ਸਕਦਾ। ਜੋ ਹੈ ਗਿਆਨ ਖੁਦ, ਉਹ ਗਿਆਨ
ਜੋ ਗਿਆਨ ਹੀ ਚਾਹੇ ਤਾਂ ਸਾਨੂੰ ਉਹ ਗਿਆਨ ਹੋ ਸਕਦਾ, ਗੁਰੂ ਚਾਹੁਣ ਤਾਂ ਉਹ ਗਿਆਨ ਹੋ ਸਕਦਾ। ਇਸ ਪ੍ਰਕਾਰ ਗੁਰੂ ਨੂੰ ਧਾਰਨਾ ਯੋਗ ਹੈ। ਹਰ ਸਿੱਖ ਨੇ, ਹਰ ਸਨਾਤਨੀ ਨੇ, ਜਿਸ ਕਿਸੇ ਨੇ ਵੀ ਹੈ, ਗੁਰੂ ਬਿਨਾਂ ਕਦੀ ਗਤੀ ਨਹੀਂ, ਗੁਰੂ ਬਿਨਾਂ ਗਤ ਨਹੀਂ ਹੈ, ਗੁਰੂ ਬਿਨਾਂ ਕਲਿਆਣ ਨਹੀਂ ਹੈ, ਗੁਰੂ ਬਿਨਾਂ ਗਿਆਨ ਨਹੀਂ ਹੈ, ਗੁਰੂ ਬਿਨਾਂ ਸੁਰਤ ਨਹੀਂ, ਗੁਰੂ ਬਿਨਾਂ ਸਿੱਧ ਨਹੀਂ, ਗੁਰੂ ਬਿਨਾਂ ਮੁਕਤ ਨਹੀਂ। ਸੋ ਗੁਰੂ ਯੋਗ ਹਨ। ਸਤਿਗੁਰੂ ਸਿੱਖਾਂ ਦੇ 10 ਗੁਰੂ ਸਾਹਿਬਾਨ ਜੋ ਕਾਇਆ ਰੂਪੀ ਚੋਲੇ ਸਹਿਤ ਹੋਏ, ਅਤੇ ਅੱਜ ਜੋ ਪ੍ਰਤੱਖ ਸਤਿਗੁਰਾਂ ਦੀ ਦੇਹ, ਪਾਵਨ ਗੁਰਾਂ ਦੀ ਦੇਹ ਵਿਰਾਜਮਾਨ ਹੋ ਰਹੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਖਤਾਂ ਉੱਪਰ, ਇਹ ਸਤਿਗੁਰਾਂ ਦੀ, ਇਹ ਸਾਡੇ ਸਤਿਗੁਰੂ ਹੈ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੇ ਸੰਗ ਸਿਖ ਉਧਰੈ, ਨਾਨਕ ਹਰਿ ਗੁਣ ਗਾਓ। ਇਹ ਸਾਡੇ ਸਤਿਗੁਰੂ, ਇਸ ਗੁਰੂ ਪਾਸੋਂ ਹੀ ਆਪਾਂ ਤਰ ਸਕਦੇ ਹਾਂ। ਸੋ ਇੱਥੇ ਅਪਵਾਦ ਦੀ ਟਿੱਪਣੀ ਆਈ ਹੈ, ਉਹ ਵੀ ਪੜ੍ਹ ਹੀ ਲਈਏ। ਅਪਵਾਦ ਦੀ ਟਿੱਪਣ 'ਚ ਕੀ ਲਿਖਦੇ ਆ, ਕਿਉਂਕਿ ਆਪਣਾ ਇਸ ਅਧਿਆਇ ਦਾ ਨਾਮ ਕੀ ਆ? ਪਰਪੰਚਾਰੋਪਾ ਅਪਵਾਦ। ਮਤਲਬ ਪਰਪੰਚ ਦਾ ਆਰੋਪ ਕਿਸ ਤਰ੍ਹਾਂ ਹੋਇਆ, ਫਿਰ ਉਹਦਾ ਅਪਵਾਦ ਕਿਸ ਤਰ੍ਹਾਂ ਕਰਾਂਗੇ। ਠੀਕ ਆ, ਮਤਲਬ ਪ੍ਰਪੰਚ ਦਾ ਜਿਹੜਾ ਆਰੋਪਾਂ ਵਿੱਚ ਕਲਪਿਤ ਕੀਤਾ ਹੈ, ਕਲਪਿਆ ਹੋਇਆ ਹੈ, ਜੋ ਆਰੋਪ ਹੋਇਆ ਹੈ, ਦੋਸ਼ ਹੋਇਆ ਹੈ, ਉਸ ਦਾ ਆਰੋਪ ਨਿਵਰਤ ਕਰਕੇ ਅਪਵਾਦ ਰੂਪ ਜੋ ਬ੍ਰਹਮ ਵੱਜਦਾ ਹੈ, ਉਸ ਦਾ ਕਥਨ ਕਰਾਂਗੇ। ਇਹਦਾ ਅਧਿਆਇ ਹੈ, ਇਸ ਅਧਿਆਇ ਦਾ ਨਾਮ ਸੀ। ਹੁਣ ਇੱਥੇ ਅਪਵਾਦ ਹੋ ਗਏ हैं। ਕਹਿੰਦੇ सर्प का औ ताके ज्ञान का बाध करके रज्जु रूप अधिष्ठान के अवशेष की नहीं। ਜਿਵੇਂ ਰੱਜੂ ਰੱਸੀ ਆ ਅਤੇ ਉਹਦੇ ਵਿੱਚ ਅਗਿਆਨ ਕਰਕੇ ਹਰ ਸ਼ਬਦ ਨਾਲ ਮੈਂ ਮਨ ਅੰਧ ਕਰ ਹਰ ਵਾਰੀ ਲਾਇਆ, ਕਿਉਂਕਿ ਹਰ ਦਿਨੇ ਰੱਸੀ ਪਈ ਹੋਊਗੀ ਟੇਢੀ ਮੇਢੀ, ਤਾਂ ਤੁਹਾਨੂੰ ਗਿਆਨ ਸਿੱਧਾ ਹੀ ਹੋ ਜਾਣਾ। ਇਹ ਹਮੇਸ਼ਾ ਜੇ ਪੂਰਾ ਗਾੜਾ ਹਨੇਰਾ ਹੋਊ ਤਾਂ ਵੀ ਤੁਹਾਨੂੰ ਰੱਸੀ ਦਾ ਗਿਆਨ ਨਹੀਂ ਹੋ ਸਕਦਾ ਵੀ ਸੱਪ ਹੈ, ਤਾਂ ਵੀ ਤੁਹਾਨੂੰ ਉਹ ਮਤਲਬ ਭੁਲੇਖਾ ਨਹੀਂ ਪੈ ਸਕਦਾ। ਅਤੇ ਇਹ ਭੁਲੇਖਾ ਕਦੋਂ ਪੈਂਦਾ? ਜਦੋਂ ਰਹਿ ਰਾਸ ਸਾਹਿਬ ਦਾ ਸਮਾਂ ਹੁੰਦਾ ਨਾ, ਜਦੋਂ ਮਤਲਬ ਅੰਦਰ ਬਾਜ ਦਿਨ ਹੁੰਦਾ ਹੈ, ਨਾ ਚਿਹਰਾ ਵੀ ਪੂਰਾ ਸਾਫ਼ ਨਹੀਂ ਦਿਖਦਾ, ਪਰ ਚੱਲਦੇ ਫਿਰਦੇ ਜੀਵ ਪੰਛੀ ਆਦਿ ਦਿਖਦੇ ਨਜ਼ਰ ਆਉਂਦੇ, ਉਹ ਮਨ ਦਾ ਅੰਧਕਾਰ ਹੁੰਦਾ। ਅਤੇ ਇਸ ਕਰਕੇ ਉਹ ਗਾੜਾ ਨਹੀਂ, ਮਨ ਦਾ ਅੰਧਕਾਰ ਹੈ, ਮਤਲਬ ਜਿਸ 'ਚ ਨਜ਼ਰੀ ਵੀ ਆ ਰਿਹਾ ਪਰ ਪੂਰਾ ਨਹੀਂ ਆ ਰਿਹਾ, ਉਦੋਂ ਹੀ ਇਹ ਐਸਾ ਭਰਮ ਪੈਂਦਾ। ਅਤੇ ਕਹਿੰਦੇ ਸਰਪ ਕਾ, ਸੱਪ ਦਾ ਔਰ ਉਸ ਦੇ ਗਿਆਨ ਦਾ। ਜੋ ਸੱਪ ਰੱਸੀ ਵਿੱਚ ਵੇਖ ਲਿਆ ਅਤੇ ਉਹਦਾ ਗਿਆਨ ਵੀ ਇਹ ਸੱਪ ਹੈ, ਉਹਦਾ ਬਾਧ ਕਰਕੇ ਰੱਜੂ ਰੂਪ ਅਧਿਸ਼ਠਾਨ ਕੇ ਅਵਸ਼ੇਸ਼ ਕੀ ਨੇ। ਅਤੇ ਜਦੋਂ ਹੁਣ ਆਪਾਂ ਰੱਸੀ ਵਿੱਚ ਸੱਪ ਵੇਖ ਲਿਆ, ਮਤਲਬ ਭਰਮ ਕਰਕੇ ਸਾਨੂੰ ਲੱਗਾ ਵੀ ਇਹ ਸੱਪ ਹੈ, ਅਤੇ ਉਹ ਸੱਪ ਕਲਪ ਲਿਆ ਅਤੇ ਮਤਲਬ ਉਹ ਸੱਪ ਦਾ ਗਿਆਨ ਹੋ ਗਿਆ ਵੀ ਇਹ ਸੱਪ ਹੈ। ਕਹਿੰਦੇ ਉਹ ਸੱਪ ਦਾ ਜੋ ਰੱਜੂ ਵਿੱਚ ਰੱਸੀ ਵਿੱਚ ਵੇਖਿਆ ਅਤੇ ਉਹਦੇ ਗਿਆਨ ਦਾ ਬਾਧ ਕਰਕੇ, ਭਾਵ ਉਸ ਨੂੰ ਜਾਣ ਕੇ, ਟਾਰਚ ਨਾਲ, ਰੌਸ਼ਨੀ ਨਾਲ, ਜਿੱਦਾਂ ਵੀ ਉਸ ਨੂੰ ਜਾਣ ਕੇ। ਇੱਕ ਤਾਂ ਹੁੰਦਾ ਵੀ ਪਨੀ ਸੱਪ ਕੀ ਹੈ ਇਹ ਯਕੀਨ ਨਾ ਹੋਣਾ, ਇੱਕ ਨਿਸ਼ਚਾ ਕਰ ਲੈਣਾ, ਪੈਰ ਮਾਰ ਕੇ ਟਾਰਚ ਨਾਲ ਵੇਖ ਕੇ ਨਹੀਂ ਇਹ ਤਾਂ ਰੱਸੀ ਹੈ, ਪੂਰਾ ਨਿਸ਼ਚਾ ਕਰ ਲੈਣਾ। ਇਸ ਤਰ੍ਹਾਂ ਉਹ ਸੱਪ ਵੀ ਨਿਵਰਤ ਹੋ ਗਿਆ ਅਤੇ ਉਹਦਾ ਜਿਹੜਾ ਝੂਠਾ ਗਿਆਨ ਹੋ ਰਿਹਾ ਸੀ ਨਾ ਕਿ ਇਹ ਸੱਪ ਹੈ, ਉਹਦਾ ਵੀ ਬਾਧ ਕਰਕੇ, ਭਾਵ ਰੱਸੀ ਨੂੰ ਜਾਣ ਕਰਕੇ, ਜੋ ਉਸ ਸੱਪ ਦਾ ਆਧਾਰ ਅਧਿਸ਼ਠਾਨ ਕੇ ਆਸਰਾ, ਰੱਸੀ ਵਿੱਚ ਕਲਪਿਆ ਹੋਇਆ ਜੋ ਸੱਪ, ਉਹਦਾ ਜੋ ਆਸਰਾ ਅਤੇ ਉਹਦੇ ਗਿਆਨ, ਜੋ ਉਸ ਦਾ ਗਿਆਨ ਹੈ ਵੀ ਸੱਪ ਹੈ, ਉਹਦਾ ਬਾਧ ਕਰਕੇ ਜੋ ਰੱਜੂ ਰੂਪ ਅਧਿਸ਼ਠਾਨ ਆ ਅਵਸ਼ੇਸ਼ ਕੀ ਨੇ, ਉਹਦੇ ਅਵਸ਼ੇਸ਼ ਕਹੀਏ ਜੋ ਬਾਕੀ ਬਚ ਜਾਂਦਾ ਹੈ, ਉਹਦੇ ਵਾਂਗ ਪਰਪੰਚ ਔ ਤਾਂ ਕੇ ਗਿਆਨ ਕਾ ਬਾਧ ਕਰਕੇ। ਇਹ ਜਿਹੜਾ ਪਰਪੰਚ ਸਰਪ ਦੀ ਨਿਆਈ ਅਤੇ ਇਹਦਾ ਗਿਆਨ ਹੋ ਰਿਹਾ ਹੈ ਵੀ ਹਰ ਪਾਸੇ ਇਹ ਪਸਾਰਾ ਹੈ, ਇਹ ਵੀ ਸੱਚਮੁੱਚ ਹੀ ਹੈ ਪਰਪੰਚ ਹੈ, ਇਹਦੇ ਗਿਆਨ ਦਾ ਬਾਧ ਕਰਕੇ ਅਧਿਸ਼ਠਾਨ ਰੂਪ ਸ਼ੁੱਧ ਬ੍ਰਹਮ ਕਾ ਜੋ ਅਵਸ਼ੇਸ਼ ਸੋ ਅਪਵਾਦ ਹੈ। ਅਪਵਾਦ ਕਿਹਨੂੰ ਕਹਿੰਦੇ? ਇੱਥੇ ਆ ਗਿਆ ਹੈ। ਅਪਵਾਦ ਕਿਹਨੂੰ ਕਹਿੰਦੇ ਆ? ਅਪਵਾਦ ਉਹਨੂੰ ਕਹਿੰਦੇ ਆ ਵੀ ਜੋ ਮਿੱਥਿਆ ਵਸਤੂ ਆ ਉਹਦਾ ਬਾਧ ਕਰਕੇ ਉਹਦਾ ਜੋ ਆਸਰਾ ਰੂਪ ਬਾਕੀ ਬਚਦਾ ਹੈ, ਉਹਨੂੰ ਅਪਵਾਦ ਕਹਿੰਦੇ ਆ।
ਹੁਣ ਇਹ ਰੱਜੂ ਵਿੱਚ, ਰੱਸੀ ਵਿੱਚ ਸੱਪ ਜਿਹੜਾ ਹੈ ਉਹ ਕੀ ਹੈ, ਉਹ ਤੁਸੀਂ ਸਮਝ ਲਓ ਆਰੋਪ ਆ। ਆਰੋਪ ਕਲਪਿਤ ਕਰ ਦਿੱਤਾ ਰੱਸੀ ਵਿੱਚ ਵੀ ਇਹ ਸੱਪ ਹੈ। ਠੀਕ ਹੈ ਜੀ। ਜਦੋਂ ਉਹਦਾ ਗਿਆਨ ਹੋ ਗਿਆ ਤੇ ਉਹ ਸੱਪ ਦਾ ਬਾਅਦ ਕਿੱਥੇ ਹੋ ਗਿਆ, ਰੱਸੀ ਵਿੱਚ। ਤੇ ਬਾਕੀ ਕੀ, ਜਦੋਂ ਗਿਆਨ ਹੋ ਗਿਆ ਤੇ ਸੱਪ ਖਤਮ ਹੋ ਗਿਆ, ਬਾਕੀ ਕੀ ਬਚ ਗਿਆ, ਰੱਸੀ। ਇਸੇ ਤਰ੍ਹਾਂ ਪ੍ਰਪੰਚ ਜਿਹੜਾ ਸ਼ੁੱਧ ਬ੍ਰਹਮ ਵਿੱਚ ਕਲਪ ਲਿਆ ਭਰਮ ਕਰਕੇ, ਤੇ ਉਹਦਾ ਗਿਆਨ ਹੋ ਰਿਹਾ ਵੀ ਇਹ ਪ੍ਰਪੰਚ ਹੈ। ਬ੍ਰਹਮ ਵਿੱਚ ਗਿਆਨ ਹੋ ਰਿਹਾ ਨਾ ਸਾਨੂੰ ਵੀ ਸੰਸਾਰ ਹੈ, ਇਹ ਗਿਆਨ ਹੀ ਹੋ ਰਿਹਾ ਨਾ। ਜਦੋਂ ਗਿਆਨ ਹੋ ਗਿਆ ਬ੍ਰਹਮ ਗਿਆਨ, ਤੇ ਇਸ ਗਿਆਨ ਦੀ ਨਿਵਰਤੀ ਹੋ ਜਾਂਦੀ ਹੈ। ਜੋ ਪ੍ਰਪੰਚ ਨਜ਼ਰੀ ਆ ਰਿਹਾ ਹੈ ਇਹਦੀ ਵੀ ਨਿਵਰਤੀ ਹੋ ਜਾਂਦੀ ਹੈ। ਤੇ ਬਾਕੀ ਅਵਸ਼ੇਸ਼ ਕੀ ਬਚਦਾ ਹੈ, ਅਧਿਸ਼ਠਾਨ ਰੂਪ ਜੋ ਸੰਸਾਰ ਨਜ਼ਰੀ ਆ ਰਿਹਾ ਹੈ, ਉਹਦਾ ਅਧਿਸ਼ਠਾਨ ਕੀ ਹੈ, ਬ੍ਰਹਮ ਪਰਮਾਤਮਾ। ਤੇ ਜਦੋਂ ਸੰਸਾਰ ਦੀ ਨਿਵਰਤੀ ਹੋ ਗਈ, ਬਾਕੀ ਕੀ ਬਚ ਗਿਆ, ਇਕੱਲਾ ਬ੍ਰਹਮ। ਅਵਸ਼ੇਸ਼ ਦਾ ਅਰਥ ਬਾਕੀ, ਅਧਿਸ਼ਠਾਨ ਰੂਪ ਜੋ ਸ਼ੁੱਧ ਬ੍ਰਹਮ ਕਾ ਜੋ ਅਵਸ਼ੇਸ਼, ਜੋ ਸ਼ੁੱਧ ਬ੍ਰਹਮ ਬਚਦਾ ਬਾਕੀ ਸੋ ਅਪਵਾਦ ਹੈ। ਠੀਕ ਹੈ ਜੀ। ਮਤਲਬ ਉਹਨਾਂ ਨੇ ਇਸ ਅਧਿਆਇ ਵਿੱਚ ਪ੍ਰਪੰਚ ਦਾ ਆਰੋਪ ਕਿਸ ਤਰ੍ਹਾਂ ਇਹ ਵਿਖਾ ਕੇ ਅਪਵਾਦ ਬਾਕੀ ਕੀ ਬਚਦਾ ਹੈ, ਭਾਵ ਸ਼ੁੱਧ ਬ੍ਰਹਮ ਬਚਦਾ, ਉਹਦਾ ਉਹਨਾਂ ਨੇ ਇੱਥੇ ਸਾਰਾ ਹੀ ਜਿਹੜਾ ਪ੍ਰਕਰਨ ਬਣ ਕੇ ਦਿਖਾ ਦਿੱਤਾ ਹੈ। ਸੋ ਉਹਨਾਂ ਨੇ ਇਸ ਤਰੀਕੇ ਨਾਲ ਪਹਿਲਾਂ ਆਰੋਪ ਜਿਹੜਾ ਹੈ ਪ੍ਰਪੰਚ ਦਾ ਵਿਸਥਾਰ ਕਰਕੇ ਦੱਸਿਆ ਹੈ, ਪਹਿਲਾਂ ਆਰੋਪ ਦਿਖਾ ਦਿੱਤਾ, ਫਿਰ ਉਹਦਾ ਖੰਡਨ ਕਰ ਦਿੱਤਾ ਹੈ। ਸੋ ਅਪਵਾਦ ਨੂੰ ਆਪ ਨੇ ਇੰਨਾ ਹੀ ਸੌਖਾ ਸਰੂਪ ਸਮਝ ਲਓ ਕਿ ਜਿਹੜਾ ਹੈ ਨਾ ਮਿੱਥਿਆ ਵਸਤੂ ਹੁੰਦੀ ਹੈ, ਜਿਵੇਂ ਰੱਜੂ ਵਿੱਚ ਸੱਪ ਦਿਖ ਗਿਆ ਨਾ, ਮਾਨਦੰਦ ਕਰ ਕਰਕੇ ਅਗਿਆਨ ਕਰਕੇ, ਉਹ ਹੈ ਮਿੱਥਿਆ ਵਸਤੂ। ਸੱਪ ਮਿੱਥਿਆ ਹੈ, ਸੱਤ ਨਹੀਂ ਹੈ। ਜਦੋਂ ਦਾ ਗਿਆਨ ਹੋ ਜਾਂਦਾ ਹੈ ਫਿਰ ਉਹ ਸੱਪ ਜਿਹੜਾ ਹੈ ਖਤਮ ਹੋ ਜਾਂਦਾ ਹੈ ਕਿੱਥੇ, ਰੱਸੀ ਵਿੱਚ। ਤੇ ਇਸ ਕਰਕੇ ਜੋ ਦਿਸ ਰਿਹਾ ਸੀ ਤੇ ਹੈ ਨਹੀਂ ਸੀ, ਉਹ ਸੀ ਕਿ ਰੱਜੂ ਵਿੱਚ ਕਲਪਿਆ ਹੋਇਆ ਸੱਪ, ਉਹ ਹੈ ਮਿੱਥਿਆ। ਤੇ ਜਦੋਂ ਉਹਦਾ ਗਿਆਨ ਹੋ ਜਾਂਦਾ ਰਹਿ ਇਕੱਲਾ ਕੀ ਜਾਂਦਾ ਉੱਥੇ, ਰੱਸੀ। ਠੀਕ ਹੈ। ਅਵਸ਼ੇਸ਼ ਕੀ ਬਚਦੀ, ਰੱਸੀ, ਸਭ ਖਤਮ। ਇਸੇ ਤਰ੍ਹਾਂ ਜੋ ਵਿਸ਼ੁੱਧ ਬ੍ਰਹਮ ਰੱਸੀ ਰੂਪ ਹੈ, ਉਹਦੇ ਵਿੱਚ ਪ੍ਰਪੰਚ ਰੂਪ ਜੋ ਸੱਪ ਕਲਪਿਆ ਹੋਇਆ, ਜਦੋਂ ਦਾ ਗਿਆਨ ਹੋ ਜਾਂਦਾ ਹੈ ਤੇ ਇਸ ਪ੍ਰਪੰਚ ਦਾ ਬਾਅਦ ਕੀ ਕਿੱਥੇ ਹੋ ਜਾਂਦਾ ਹੈ, ਰੱਜੂ ਰੂਪ ਬ੍ਰਹਮ ਦੇ ਵਿੱਚ, ਰੱਸੀ ਰੂਪ ਬ੍ਰਹਮ ਦੇ ਵਿੱਚ। ਤੇ ਜਦੋਂ ਪ੍ਰਪੰਚ ਦੀ ਨਿਵਰਤੀ ਹੋ ਗਈ ਸਭ ਇਸ ਰੂਪ ਸੱਪ ਦੀ, ਬਾਕੀ ਕੀ ਬਚ ਗਿਆ, ਸ਼ੁੱਧ ਬ੍ਰਹਮ। ਅਵਸ਼ੇਸ਼ ਕੀ ਬਚ ਗਿਆ, ਸ਼ੁੱਧ ਬ੍ਰਹਮ। ਤੇ ਉਸੇ ਨੂੰ ਕਹਿੰਦੇ ਅਪਵਾਦ। ਅਪਵਾਦ ਰੂਪ ਬ੍ਰਹਮ ਚੇਤਨ ਬਚ ਗਿਆ, ਬਾਕੀ ਥੱਲੇ, ਬਾਕੀ ਨੀਚੇ ਇਹ ਰਹਿ ਗਿਆ। ਤੇ ਉੱਪਰਲਾ ਜੋ ਪ੍ਰਪੰਚ ਉਹਦੀ ਨਿਵਰਤੀ ਹੋ ਗਈ, ਉਹਦਾ ਬਾਦ ਹੋ ਗਿਆ। ਸੋ ਇਸ ਪ੍ਰਕਾਰ ਇਸ ਦਾ ਮਤਲਬ ਹੈ। ਪ੍ਰਸ਼ਨ 38ਵਾਂ, ਯਹ ਬ੍ਰਹਮ ਗਿਆਨ ਕਿਸ ਸੇ ਹੋਵੇ ਹੈ, ਕਿ ਜਿਹੜੇ ਬ੍ਰਹਮ ਗਿਆਨ ਦੀ ਤੁਸੀਂ ਗੱਲ ਕੀਤੀ ਕਿੱਥੋਂ ਹੋਊਗਾ, ਕਿਸ ਤਰ੍ਹਾਂ ਹੋਊਗਾ। ਉੱਤਰ, ਯਹ ਬ੍ਰਹਮ ਗਿਆਨ ਆਗੇ ਕਹੀਏਗਾ ਜੋ ਵਿਚਾਰ ਤਿਸ ਸੇ ਹੋਵੇ ਹੈ। ਕਹਿੰਦੇ ਇਹ ਬ੍ਰਹਮ ਗਿਆਨ ਅੱਗੇ ਕਹਾਂਗੇ ਜੋ ਵਿਚਾਰ ਉਸ ਨਾਲ ਹੋਊਗਾ ਇਹ ਬ੍ਰਹਮ ਗਿਆਨ, ਤੇ ਬ੍ਰਹਮ ਗਿਆਨ ਨਾਲ ਸਾਰੀ ਨਿਵਰਤੀ ਹੋਊਗੀ। ਸੋ ਅੱਗੇ ਜੋ ਆਪਾਂ ਪੜ੍ਹਿਆ ਸੂਖਸ਼ਮ ਸਥੂਲ ਕਾਰਨ ਦੇ ਹੈ, ਸਮਸ਼ਟੀ ਵਿਅਸ਼ਟੀ ਰੂਪ ਵਿੱਚ ਸ੍ਰਿਸ਼ਟੀ, ਪੰਚੀਕਰਨ ਤੇ ਆਪੰਚੀਕ੍ਰਿਤ ਕਿਹਨੂੰ ਕਹਿੰਦੇ ਆ, ਉਹਦੇ ਸਾਰਾ ਹੀ ਜਿਹੜਾ ਹੈ ਅਗਲੇ ਪਾਸੇ ਅਗਲੇ ਅਧਿਆਇ ਦੇ ਵਿਸਥਾਰ ਨਾਲ ਆ ਰਿਹਾ ਹੈ। ਇਸੇ ਕਰਕੇ ਪਿੱਛੇ ਪੂਰਾ ਦਾ ਵਿਸਥਾਰ ਨਹੀਂ ਕੀਤਾ, ਕਿਉਂਕਿ ਉਹ ਅਗਲਾ ਪ੍ਰਕਰਨ ਬਣਨ ਲਈ ਹੀ ਪੀਤਾਂਬਰ ਜੀ ਨੇ ਉੱਥੇ ਉਹ ਅਕਸ਼ਰ ਲਿਖੇ ਹੋਏ ਹੈ। ਸੋ ਭੁੱਲਾਂ ਚੁੱਕਾਂ ਦੀ ਖਿਮਾ ਜੀ। ਇਸ ਗਿਆਨ ਜਗ ਦੇ ਵਿੱਚ ਗਿਆਨ ਦਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਕਿਉਂਕਿ ਬੜੀ ਸੂਖਸ਼ਮ ਵਿਚਾਰਾਂ ਪੂਰੇ ਤੌਰ 'ਤੇ ਆਪਾਂ ਕਹਿ ਨਹੀਂ ਸਕਦੇ। ਜਿੰਨੀ ਸਤਿਗੁਰੂ ਸਮੱਤ ਬਖਸ਼ਦੇ ਉਸ ਮੁਤਾਬਕ ਹੀ ਇਹ ਬਚਨ ਕੀਤੇ ਜਾ ਸਕਦੇ ਹੈ। ਸੋ ਇੱਥੇ ਦੂਸਰੀ ਕਲਾ ਦੀ ਮਾਰੇ ਕਿਰਪਾ ਨਾਲ ਸਮਾਪਤੀ ਹੁੰਦੀ ਹੈ। ਇਤੀ ਸ਼੍ਰੀ ਵਿਚਾਰ ਚੰਦਰੋਦਯ ਪ੍ਰਪੰਚਾ ਰੂਪਾਪਵਾਦ ਵਰਣਨ ਨਾਮਿਕਾ ਦਵਿਤੀਯ ਕਲਾ ਸਮਾਪਤਾ। ਇੱਥੇ ਸ਼੍ਰੀ ਵਿਚਾਰ ਚੰਦਰੋਦਯ ਵਿੱਚ ਜੋ ਦਵਿਤੀਯ ਕਲਾ, ਦੂਜੀ ਕਲਾ ਆਈ ਹੈ, ਜਿਸ ਦਾ ਨਾਮ ਹੈ ਪ੍ਰਪੰਚਾ ਰੂਪਾਪਵਾਦ, ਜਿਹਦੇ ਕਲਾ ਦਾ ਨਾਮ ਹੈ, ਦੂਜੀ ਦਾ ਇਸ ਸੰਬੰਧ ਵਿੱਚ ਜੋ ਵਰਣਨ ਕੀਤਾ, ਕਥਨ ਕੀਤਾ ਹੈ, ਉਹ ਇੱਥੇ ਸਮਾਪਤਾ ਕੀ ਸਮਾਪਤ ਹੁੰਦੀ ਹੈ।
ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਿਚਾਰਾਂ ਦੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।